ਪਹਿਲਾਂ ਤਾਂ ਉਹ ਇੱਕ ਦੋ ਗੱਲਾਂ ਔਗਣ ਦੇਖ ਕੇ ਨਾ ਉਹ ਸਾਰੇ ਸਮੁੱਚੀ ਪਰਸਨੈਲਿਟੀ ਨੂੰ ਹੀ ਰਾਈਟ ਆਫ ਕਰ ਦਿੰਦੇ ਆ। ਪਰ ਮੈਂ ਜਦ ਨਿਗਾਹ ਆਲੇ ਦੁਆਲੇ ਮਾਰਦਾ ਜਾ ਕੇ ਜੀ ਤਾਂ ਬਹੁਤ ਫੇਵਰਸ ਮੈਨੂੰ ਸਾਰੇ ਦਿਨ 'ਚ ਹੋ ਰਹੀਆਂ ਜੀ। ਐਸੈਂਸ ਜਿਹੜਾ ਹੈ ਖਾਲਸੇ ਦਾ ਨਾ ਜੀ, ਉਹਦੇ 'ਤੇ ਗੱਲ ਕਰਾਂਗੇ ਔਰ ਖਾਲਸੇ ਦੀ ਲੋੜ ਕਿਉਂ ਪਈ। ਅਸਲ ਮਕਸਦ ਮੁਸਲਮਾਨਾਂ ਨਾਲ ਲੜਨਾ ਸੀ। ਇੱਥੇ ਤੱਕ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਰਿਮੰਦਰ ਸਾਹਿਬ 'ਚ ਐਂਟਰ ਵੀ ਨਾ ਸੀ ਹੋਣ ਦਿੱਤਾ। ਥਿੰਦ ਸਾਹਿਬ ਤੁਸੀਂ 10 ਬੈੱਡਰੂਮ ਦਾ ਘਰ ਪਾ ਲਓ, 20 ਬੈੱਡਰੂਮ ਦਾ ਘਰ ਪਾ ਲਓ, ਜੇ ਤੁਹਾਨੂੰ ਆਪਣੇ ਘਰਦਿਆਂ ਦੇ ਗੁਣ ਨਹੀਂ ਦਿਸਦੇ ਉਹ 'ਚੋਂ ਚੀਕਾਂ ਹੀ ਆਉਗੀਆਂ। ਐਵੇਂ ਕਿਸੇ ਦੀ ਭੰਡੀ ਪ੍ਰਚਾਰ ਕਰਕੇ ਜਾ ਕੇ ਖੁਸ਼ੀ ਹਾਸਲ ਕਰਨੀ ਬਹੁਤ ਨੀਚਤਾ ਹੇਠਲੀ ਗੱਲ ਹੈਗੀ ਆ। ਤੁਹਾਡੇ ਅੰਦਰ ਕੋਈ ਆਲਾ ਤਬਦੀਲੀ ਆ ਨਹੀਂ ਸਕਦੀ, ਇਹ ਵੀ ਮੇਰੀ ਗਰੰਟੀ ਹੈ। ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋਅ ਵਿੱਚ। ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਅੱਜ ਬੜੀ ਦਿਲਚਸਪ ਗੱਲਬਾਤ ਚੱਲੇਗੀ। ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਹਨ, ਕਿਉਂਕਿ ਇਹ ਹੈਰੀਟੇਜ ਮੰਥ ਚੱਲ ਰਿਹਾ ਹੈ। ਸਿੱਖਾਂ ਦੇ ਵਿਰਸੇ ਦੀ ਗੱਲਬਾਤ ਚੱਲ ਰਹੀ ਲਗਾਤਾਰ। ਸੋ ਅੱਜ ਪ੍ਰੋਫੈਸਰ ਸਾਹਿਬ ਸਿੱਖ ਹਿਸਟਰੀ ਦੇ ਪ੍ਰੋਫੈਸਰ ਹੋਣ ਦੇ ਨਾਤੇ ਵੀ ਅਤੇ ਹੋਰ ਬਹੁਤ ਸਾਰੀ ਉਹਨਾਂ ਦੀ ਸਟੱਡੀ ਹੈ ਜਿਹੜੀ ਆਪਾਂ ਪਿਛਲੇ ਕਈ ਪ੍ਰੋਗਰਾਮ ਕੀਤੇ ਵੀ ਨੇ ਖਾਲਸੇ ਦੇ ਸਿਰਜਣਾ ਦਿਵਸ ਦੇ ਉੱਤੇ। ਅੱਜ ਇੱਕ ਵਿਸ਼ੇਸ਼ ਗੱਲਬਾਤ ਲਈ ਹਾਜ਼ਰ ਹਨ। ਪ੍ਰੋਫੈਸਰ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਈ ਵਾਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜੀ, ਕਈ ਵਾਰ ਮੇਰੇ ਮਨ ਦੇ ਵਿੱਚ ਇਹ ਆ ਜਾਂਦਾ ਵੀ ਤੂੰ ਜਾ ਕੇ ਇੱਥੇ ਸੁਜੈਸ਼ਨਸ ਦੇਣ ਲੱਗ ਪੈਂਦਾ, ਜਾ ਕੇ ਸਲਾਹਾਂ ਦੇਣ ਲੱਗ ਪੈਂਦਾ ਵੀ ਤੂੰ ਤਾਂ ਆਪਣੇ ਆਪ ਜੇ ਕਲੀਅਰ ਹੈ ਨਹੀਂ ਤਾਂ ਫਿਰ ਤੂੰ ਦੂਜਿਆਂ ਨੂੰ ਫਿਰ ਕੀ ਕਹਿਣਾ। ਫਿਰ ਮੈਂ ਸੋਚਦਾ ਵੀ ਜਦ ਮੈਂ ਪੱਕੇ ਤੌਰ 'ਤੇ ਤਾਂ ਕਹਿੰਦਾ ਹੀ ਨਹੀਂ ਕਿਸੇ ਨੂੰ ਕੁਛ। ਮੈਂ ਤਾਂ ਇਹ ਦੱਸਦਾ ਵੀ ਮੈਨੂੰ ਇੱਦਾਂ ਲੱਗਦਾ ਵੀ ਤੁਸੀਂ ਇਹਦੇ 'ਤੇ ਸੋਚ ਲਓ, ਜੇ ਤੁਹਾਨੂੰ ਵੀ ਇੱਦਾਂ ਲੱਗਦਾ ਤਾਂ ਠੀਕ ਹੈ, ਜੇ ਤੁਹਾਨੂੰ ਨਹੀਂ ਲੱਗਦਾ ਤਾਂ ਫਿਰ ਮੈਂ ਇੱਦਾਂ ਕਰਕੇ ਆਪਣੇ ਆਪ ਨੂੰ ਜਸਟੀਫਾਈ ਕਰ ਲੈਣਾ ਜਾ ਕੇ ਵੀ ਨਹੀਂ ਵੀ ਤੂੰ ਠੀਕ ਕਰਦਾ ਜਿਹੜਾ ਰੇਡੀਓ 'ਤੇ ਜਾਂਦਾ ਠੀਕ ਹੈ। ਤੁਸੀਂ ਕਿਹੜਾ ਪੁਸ਼ ਕਰਦੇ ਹੋ ਆਪਣੀ? ਹਾਂ, ਪੁਸ਼ ਨਹੀਂ ਕਰਦੇ, ਇਹੀ ਕਹਿੰਦੇ ਵੀ ਤੁਸੀਂ ਦੇਖ ਲਓ। ਪਰ ਇੰਨਾ ਮੈਂ ਜ਼ਰੂਰ ਕਹਿੰਦਾ ਇਹ 'ਤੇ ਚਿੰਤਨ ਕਰੋ, ਚਿੰਤਨ ਕਰਕੇ ਦੇਖੋ ਜਾ ਕੇ, ਜੇ ਠੀਕ ਲੱਗਦਾ ਠੀਕ ਹੈ, ਨਹੀਂ ਤਾਂ ਨਹੀਂ। ਅਸੀਂ ਜਿਨ੍ਹਾਂ ਨੇ ਤੁਹਾਡੇ ਵਿਚਾਰ ਸੁਣ ਕੇ ਆਪਣੇ ਵਿਚਾਰ ਬਦਲੇ ਆ ਜਾਂ ਤਬਦੀਲ ਕੀਤੇ ਆ, ਉਹ ਤਾਂ ਇਸ ਕਰਕੇ ਕੀਤੇ ਆ ਕਿ ਸਾਨੂੰ ਉਹ ਚੰਗੇ ਲੱਗੇ। ਬਹੁਤ ਸਾਰੇ ਲੋਕਾਂ ਨੂੰ ਇਹ ਚੰਗੇ ਲੱਗੇ, ਇਸ ਕਰਕੇ ਉਹਨਾਂ ਨੇ ਅਪਣਾ ਲਏ। ਇੱਥੇ ਵੀ ਚੰਗੇ ਲੱਗੇ ਉਹਨਾਂ ਨੇ, ਠੀਕ ਹੈ ਨਾ, ਸੇ ਜਸਟ ਇਗਨੋਰ ਇਟ। ਅੱਛਾ, ਇੱਕ ਆਪ ਪ੍ਰੋਗਰਾਮ ਕਰਨ ਤੋਂ ਪਹਿਲਾਂ ਖਾਲਸੇ ਦੀ ਕ੍ਰੀਏਸ਼ਨ ਤੋਂ ਮੈਂ ਤੁਹਾਡੀ ਇਜਾਜ਼ਤ ਦੇ ਨਾਲ ਇੱਕ ਦੋ ਗੱਲਾਂ ਮੇਰੇ ਦਿਮਾਗ ਦੇ ਵਿੱਚ। ਜੀ ਦੱਸੋ। ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਇਹ ਖਾਸ ਤੌਰ 'ਤੇ ਪਰਿਵਾਰਾਂ ਲਈ ਆ ਵੀ ਜਦੋਂ ਕੋਈ ਪਰਿਵਾਰ ਦਾ ਮੈਂਬਰ ਤੁਹਾਤੋਂ ਕੋਈ ਕਿਸੇ ਕਿਸਮ ਦੀ ਸਲਾਹ ਮੰਗਦਾ ਜਾਂ ਹੈਲਪ ਮੰਗਦਾ ਤਾਂ ਉਹਨੂੰ ਇਹ ਨਾ ਕਹੋ ਇਟਸ ਯੂਅਰ ਪ੍ਰੋਬਲਮ। ਕਈਆਂ ਪਰਿਵਾਰਾਂ 'ਚ ਇਹ ਹੁੰਦੇ, ਉਹ ਕਹਿੰਦੇ ਮੈਨੂੰ ਵਾਸਤੇ, ਉਹ ਕਹਿੰਦੇ ਨੋ ਇਟਸ ਯੂਅਰ ਪ੍ਰੋਬਲਮ, ਇਟਸ ਨੋਟ। ਈਵਨ ਹਸਬੈਂਡ ਵਾਈਫ 'ਚ ਇਹ ਗੱਲ ਚੱਲਦੀ ਹੈ ਜਾ ਕੇ, ਉਹ ਵਾਈਫ ਜਾਂ ਪੁੱਛਦੀ ਜਾਂ ਹਸਬੈਂਡ, ਉਹ ਕਹਿੰਦਾ ਨੋ ਇਟਸ ਤੇਰੀ ਪ੍ਰੋਬਲਮ ਹੈ। ਇਹ ਨਾ ਕਦੇ ਵੀ ਕਹੋ, ਕਿਉਂਕਿ ਪਰਿਵਾਰ ਦੇ ਵਿੱਚ ਜਿਹੜੀ ਹੈ ਇਕੱਲੇ ਦੀ ਪ੍ਰੋਬਲਮ ਨਹੀਂ ਹੈ, ਇੱਕ ਪਰਿਵਾਰ ਦੇ ਮੈਂਬਰ ਦੀ ਸਾਰਿਆਂ ਦੀ ਪ੍ਰੋਬਲਮ ਹੈ। ਜੇ ਕੋਈ ਤੁਹਾਨੂੰ ਸਲਾਹ ਪੁੱਛਦਾ ਤਾਂ ਜੇ ਕੋਈ ਉੱਦਾਂ ਨਹੀਂ, ਜੇ ਕੋਈ ਸਲਾਹ ਪੁੱਛਦਾ ਤਾਂ ਨੇਕ ਨੀਤੀ ਦੇ ਨਾਲ ਆਪਣੀ ਸਮਝ ਦੇ ਮੁਤਾਬਕ ਉਹਨੂੰ ਸਲਾਹ ਜ਼ਰੂਰ ਦਿਓ ਔਰ ਉਹਦੀ ਮਦਦ ਜ਼ਰੂਰ ਕਰੋ। ਇਹ ਨਾ ਕਹੋ ਵੀ ਇਹ ਵਾਈਫ ਦੀ ਪ੍ਰੋਬਲਮ ਹੈ ਤਾਂ ਜਾਂ ਇਹ ਹਸਬੈਂਡ ਦੀ ਪ੍ਰੋਬਲਮ ਹੈ ਜਾਂ ਬੇਟੇ ਦੀ ਪ੍ਰੋਬਲਮ ਹੈ ਜਾਂ ਫਾਦਰ ਨੋ, ਇਹ ਸਾਰਿਆਂ ਦੀ ਸਾਂਝੀ ਪ੍ਰੋਬਲਮ ਹੈ। ਇੱਕ ਇਹ ਗੱਲ। ਦੂਜੀ, ਅੱਜ ਇੱਕ ਨੁਸਖਾ ਹੈ ਜੀ ਜਿਹੜਾ ਪਰਿਵਾਰਾਂ ਨੂੰ ਬਹੁਤ ਵਧੀਆ ਰੱਖੂਗਾ, ਬਹੁਤ ਖੁਸ਼ ਰੱਖਣ ਵਾਲਾ ਔਰ ਉਹਦੇ ਵਿੱਚ ਆਪਸ ਵਿੱਚ ਜਿਹੜਾ ਸਹਿਯੋਗ ਕਰਨ ਵਾਲਾ। ਉਹ ਨੁਕਤਾ ਇਹ ਹੈ ਜੀ ਥਿੰਦ ਸਾਹਿਬ, ਇਹ ਮੈਂ ਇੱਦਾਂ ਸਮਝਦਾ ਵੀ ਆਪਣੇ ਆਪ ਦੇ ਵਿੱਚ ਗੁਣ ਚਿੰਤਨ ਸ਼ੁਰੂ ਕਰੋ ਜੀ। ਗੁਣ ਚਿੰਤਨ ਦਾ ਮਤਲਬ ਇਹ ਦੂਜੇ ਪਰਿਵਾਰ ਦੇ ਮੈਂਬਰਾਂ ਦੇ, ਆਪਣੇ ਲਾਈਫ ਪਾਰਟਨਰ ਦੇ, ਆਪਣੇ ਬੱਚਿਆਂ ਦੇ, ਮਾਂ ਬਾਪ ਦੇ, ਭੈਣ ਭਰਾਵਾਂ ਦੇ, ਦੂਜਿਆਂ ਦੇ ਜਿਹੜੇ ਗੁਣ ਆ ਉਹ ਦੇਖਣ ਦੀ ਕੋਸ਼ਿਸ਼ ਕਰੋ। ਔਗਣ ਇਗਨੋਰ ਕਰੋ। ਹਾਂ, ਉਹ ਦੇਖੋ ਵੀ ਇਹਦੇ ਵਿੱਚ ਗੁਣ ਕੀ ਆ, ਇਹਦੇ ਗੁਣ ਕਹਿੰਦੇ। ਔਰ ਇਹ ਜਿਹੜੇ ਹੈਗੇ ਆ, ਇਹ ਕੌਨਸ਼ੀਅਸ ਐਫਰਟਸ ਦੀ ਲੋੜ ਆ। ਇੱਦਾਂ ਨਹੀਂ ਹੈ ਵੀ ਚੱਲ ਕਿਤੇ ਦਿਮਾਗ 'ਚ ਆ ਗਿਆ ਤਾਂ ਠੀਕ ਆ। ਰੋਜ਼ ਜਿੱਦਾਂ ਬੈਠ ਕੇ ਆਪਾਂ ਪਾਠ ਕਰਦੇ ਹਾਂ ਨਾ, ਇੱਦਾਂ ਰੋਜ਼ ਲੋੜ ਆ ਜਾ ਕੇ ਵੀ ਇਹ ਦੇਖਣ ਦੀ ਜਾ ਕੇ ਵੀ ਇਹ ਵੀ ਮੇਰਾ ਜਿਹੜਾ ਇਹ ਸਾਥੀ ਹੈ। ਬਹੁਤ ਸਾਲ ਪਹਿਲਾਂ ਤੁਸੀਂ ਦੱਸਿਆ ਸੀ ਵੀ ਲਿਖ ਲਓ। ਇਹ ਤਾਂ ਹੋਰ ਵੀ ਚੰਗਾ ਜੀ, ਇਹ ਤਾਂ ਹੋਰ ਚੰਗਾ ਜਾ ਕੇ ਉਹਦੇ 'ਚ ਲਿਖ ਲਓ ਜਾ ਕੇ। ਔਰ ਉਹਦੇ 'ਚ ਤੁਸੀਂ ਇੱਕ ਦੇਖੋ, ਜੇ ਅਸੀਂ ਉੱਦਾਂ ਹੀ ਸਮਝਦੇ ਹਾਂ ਫੇਰ ਨਹੀਂ ਜਿੱਤਾ। ਗੁਣ ਨੂੰ ਚਿੰਤਨ ਕਰੋ, ਦੇਖੋ ਔਰ ਫਿਰ ਉਹਨੂੰ ਦੱਸੋ ਵੀ ਤੇਰੇ 'ਚ ਇਹ ਗੁਣ ਹੈਗੇ ਆ ਜਾ ਕੇ। ਉਹ ਗੁਣ ਦੇਖਣ ਵਾਲੇ ਥਿੰਦ ਸਾਹਿਬ, ਇੱਕ ਮੈਂ ਤੁਹਾਨੂੰ ਦੱਸ ਦੇਵਾਂ, ਗੁਣ ਸਾਰਿਆਂ ਦੇ ਵਿੱਚ ਹੀ ਆ। ਅਸੀਂ ਅੱਖਾਂ ਬੰਦ ਕੀਤੀਆਂ ਆ, ਸਾਨੂੰ ਨਹੀਂ ਦਿਸਦੇ ਹੈ। ਇੱਕ ਵਾਰ ਉਹ ਗੁਣ ਦੇਖਣ ਦੀ ਅੱਖ ਖੁੱਲ੍ਹ ਜਾਵੇ ਨਾ, ਫਿਰ ਦੇਖੋ ਕਿੰਨਾ ਇਹ ਨਜ਼ਾਰਾ ਸਾਰਿਆਂ ਦੇ ਵਿੱਚ, ਖੁਸ਼ੀਆਂ ਹੀ ਖੁਸ਼ੀਆਂ ਜਿਸ ਵੇਲੇ ਸਾਨੂੰ ਗੁਣ ਦੇਖਣ ਲੱਗ ਪੈਣ ਜਾ ਕੇ। ਪਰ ਦੇਖੋ ਹੈਗੇ ਤਾਂ ਆਪਾਂ ਸਾਰੇ ਇੱਕੋ ਜਿਹੇ ਜੀ। ਇਹ ਤਾਂ ਐਫਰਟਸ ਦੀ ਲੋੜ ਹੈ ਜਾ ਕੇ ਜੀ, ਵੀ ਦੇਖਣ ਦੀ ਲੋੜ ਆ, ਜ਼ੋਰ ਲਾਉਣ ਦੀ ਲੋੜ ਆ।
ਜਿੱਦਾਂ ਹੁਣ ਤੁਸੀਂ ਆਪਾਂ ਜਿਮ ਜਾਂਦੇ ਆ ਜੀ, ਸਰੀਰ ਨੂੰ ਤਕੜਾ ਕਰਨ ਦੇ ਲਈ ਸਾਨੂੰ ਵਰਜ਼ਿਸ਼ ਦੀ ਲੋੜ ਆ। ਇਸੇ ਤਰ੍ਹਾਂ ਆਪਣੇ ਹੈਬਿਟਸ ਨੂੰ, ਆਪਣੇ ਅਖਲਾਕ ਨੂੰ, ਆਪਣੀ ਆਦਤਾਂ ਨੂੰ, ਆਪਣੀ ਚੰਗਿਆਈ ਨੂੰ ਤਕੜਾ ਕਰਨ ਦੇ ਲਈ ਵੀ ਇਹਦੀ ਐਕਸਰਸਾਈਜ਼ ਦੀ ਲੋੜ ਹੈ। ਇਹ ਐਕਸਰਸਾਈਜ਼ ਹੈ ਇੱਕ, ਇਹ ਆਪਣੇ ਆਪ ਨੂੰ ਇੱਕ ਆਲਾ ਇਨਸਾਨ ਬਣਾਉਣ ਦੀ ਐਕਸਰਸਾਈਜ਼ ਹੈ। ਦੂਜੇ ਦੇ ਗੁਣ ਦੇਖਣੇ ਜਾ ਕੇ ਔਰ ਉਹਨੂੰ ਦੱਸਣਾ ਵੀ ਤੇਰੇ 'ਚ ਇਹ ਗੁਣ ਹੈਗਾ। ਇਹ ਬਹੁਤ ਜ਼ਰੂਰੀ ਆ। ਪਰ ਦੇਖੋ ਥਿੰਦ ਸਾਹਿਬ, ਮੈਂ ਇੱਕ ਥੋੜ੍ਹੀ ਹੋਰ ਗੱਲ ਦੱਸਾਂ ਵੀ ਦੂਜੇ ਦੇ ਔਗਣ ਕੱਢ ਕੇ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਸ਼ਾਇਦ ਦੂਜੇ ਨੂੰ ਨੀਚਾ ਕਰ ਦਿੱਤਾ ਜਾਂ ਅਸੀਂ ਉੱਪਰ ਉੱਠ ਗਏ, ਜਾਂ ਅਸੀਂ ਇੱਦਾਂ ਹੈ ਨਹੀਂ ਹੈ। ਮੈਂ ਗਰੰਟੀ ਨਾਲ ਇਹ ਕਹਿੰਦਾ ਜਾ ਕੇ ਵੀ ਜਦੋਂ ਤੁਸੀਂ ਦੂਜੇ ਦੇ ਗੁਣ ਨਸ਼ਰ ਕਰਦੇ ਆ, ਉਸ ਵੇਲੇ ਉਹਦੀ ਤਾਂ ਪਤਾ ਨਹੀਂ ਕੁਛ ਹੁੰਦਾ ਕਿ ਨਹੀਂ ਹੁੰਦਾ, ਤੁਸੀਂ ਐਜ਼ ਏ ਪਰਸਨ ਬਹੁਤ ਹੇਠਾਂ ਡਿੱਗ ਜਾਂਦੇ ਆ। ਤੁਸੀਂ ਐਜ਼ ਏ ਪਰਸਨ ਜਦ ਤੁਸੀਂ ਦੂਜੇ ਦੇ ਔਗਣ ਕਰਕੇ, ਔਗਣ ਮੇਰੇ ਤੋਂ ਗੁਣ ਕਹਿ ਹੋ ਗਿਆ ਹੋਣਾ, ਔਗਣ ਦੇ ਕਰਦੇ ਤੁਸੀਂ ਆਪ ਬਹੁਤ ਥੱਲੇ ਡਿੱਗ ਜਾਂਦੇ ਆ। ਮੈਂ ਇੱਦਾਂ ਸੋਚਦਾ ਹੁੰਦਾ ਵੀ ਜਦੋਂ ਤੁਸੀਂ ਕਿਸੇ ਦੇ ਔਗਣ ਦੇਖ ਕੇ ਔਗਣ ਨਸ਼ਰ ਕਰਦੇ ਆ, ਔਗਣ ਦਾ ਨਸ਼ਰ ਕਰਨ ਤੋਂ ਪਹਿਲਾਂ ਇਹ ਸੋਚੋ ਤੁਸੀਂ ਵੀ ਕੀ ਇੱਦਾਂ ਕਰਨ ਦੇ ਨਾਲ ਮੈਂ ਇੱਕ ਆਲਾ ਇਨਸਾਨ ਵੱਲ ਨੂੰ ਵੱਧ ਰਿਹਾ, ਕੀ ਇੱਦਾਂ ਕਰਨ ਦੇ ਨਾਲ ਮੈਂ ਨੇਕ ਇਨਸਾਨ ਬਣ ਰਿਹਾ ਜਾ ਕੇ, ਕੀ ਇੱਦਾਂ ਇਨਸਾਨ ਕਰਨ ਦੇ ਦੂਜੇ ਦੇ ਨੁਕਸ ਕੱਢ ਕੇ ਨਸ਼ਰ ਕਰਨਾ ਮੈਂ ਇੱਕ ਬੈਟਰ ਇਨਸਾਨ ਬਣ ਰਿਹਾ। ਜੇ ਨਹੀਂ ਬਣ ਰਹੇ ਤਾਂ ਫਿਰ ਤੁਸੀਂ ਸਹੀ ਰਸਤੇ 'ਤੇ ਨਹੀਂ ਹੈ, ਫਿਰ ਯੂ ਆਰ ਨਾਟ ਔਨ ਦਾ ਰਾਈਟ ਪਾਥ। ਜਾ ਕੇ ਜੇ ਤੁਸੀਂ ਆ ਕੇ ਉਹ ਸੋਚ, ਪਹਿਲਾਂ ਇਹ ਗੱਲ ਸੋਚਣ ਵਾਲੀ ਆ ਵੀ ਇਹ ਗੱਲ ਕਰਨ ਦੇ ਨਾਲ ਕੀ ਮੈਂ ਆਪਣੇ ਆਪ ਦੇ ਵਿੱਚ ਆਲਾ ਤਬਦੀਲੀ ਲਿਆ ਰਿਹਾ, ਕੀ ਮੈਂ ਦੂਜੇ ਦੇ ਜਿਹੜੇ ਔਗਣ ਆ ਉਹ ਨਸ਼ਰ ਕਰਕੇ ਇੱਕ ਮੈਂ ਅੱਛਾ ਇਨਸਾਨ ਬਣ ਰਿਹਾ। ਜੇ ਨਹੀਂ ਬਣ ਰਿਹਾ ਤਾਂ ਫਿਰ ਉਹ ਰਸਤਾ ਠੀਕ ਨਹੀਂ ਹੈ। ਇਹ ਮੈਂ ਜ਼ਰੂਰ ਕਰਨਾ। ਸੋ ਇਹ ਜਿੱਥੇ ਤੱਕ ਹੋ ਸਕੇ ਇਸ ਗੱਲ ਨੂੰ ਜਿਹੜੇ ਹੈਗੇ ਆ, ਜੇ ਤੁਹਾਡੇ ਅੰਦਰ ਆਲਾ ਤਬਦੀਲੀ ਉਹ ਗੱਲ ਨਹੀਂ ਤਾਂ ਨਾ ਲਿਆਓ, ਬਿਲਕੁਲ ਨਾ ਲਿਆਓ ਜਾ ਕੇ। ਅਤੇ ਇਹਦੇ ਉੱਤੇ ਗੁਣ ਹਰੇਕ ਵਿਅਕਤੀ 'ਚ ਹੁੰਦੇ ਕੋਈ ਨਾ ਕੋਈ, ਹਰੇਕ ਵਿਅਕਤੀ 'ਚ ਥਿੰਦ ਸਾਹਿਬ ਹਰੇਕ ਵਿਅਕਤੀ ਦੇ ਵਿੱਚ ਹੈਗੇ ਆ। ਉਹ ਸਿਰਫ ਦੇਖਣ ਦੀ ਲੋੜ ਹੈ। ਅਸੀਂ ਅੱਖਾਂ ਬੰਦ ਕੀਤੀਆਂ, ਸਾਨੂੰ ਉਹ ਦਿਸਦੇ ਨਹੀਂ ਹੈ ਜਾ ਕੇ। ਉਹ ਦਿਸਣੇ ਤਾਂ ਆ ਜੇ ਉਹਦੇ ਦੇਖੋ ਭਾਰ ਸਾਤੋਂ ਚੱਕ ਨਹੀਂ ਹੁੰਦਾ, ਰੋਜ਼ ਉਹਨੂੰ ਥੋੜ੍ਹਾ ਕਰਕੇ ਚੱਕੂਗੇ ਫਿਰ ਚੱਕਣ ਲੱਗ ਪੈਣਾ। ਉਹ ਗੁਣ ਵੀ ਸਾਨੂੰ ਦਿਸਣ ਲੱਗ ਪੈਣੇ ਹੌਲੀ ਹੌਲੀ ਜਾ ਕੇ ਜਿਹੜੇ ਹੈਗੇ। ਪਰ ਰਵੱਈਆ ਸਾਡਾ ਮੇਰਾ ਖਿਆਲ ਕਾਫੀ ਲੋਕਾਂ ਦਾ ਇਹ ਆ ਬਈ ਪਹਿਲਾਂ ਤਾਂ ਉਹ ਇੱਕ ਦੋ ਗੱਲਾਂ ਔਗਣ ਦੇਖ ਕੇ ਨਾ ਉਹ ਸਾਰੇ ਸਮੁੱਚੀ ਪਰਸਨੈਲਿਟੀ ਨੂੰ ਹੀ ਰਾਈਟ ਆਫ ਕਰ ਦਿੰਦੇ ਆ। ਫਿਰ ਉਹਦੇ ਗੁਣ ਵੀ ਹੋਣ ਕੋਈ, ਉਹ ਕਦੇ ਉਹਨਾਂ ਨੇ ਵੇਖਣੇ ਨਹੀਂ। ਜੇ ਕਈ ਵਾਰੀ ਸਾਹਮਣੇ ਵੀ ਆ ਜਾਂਦੇ ਆ ਗੁਣ, ਤੁਸੀਂ ਦੱਸਣ ਵੀ ਲੱਗਦੇ ਹੋ, ਕਈ ਤੁਹਾਨੂੰ ਰੋਕ ਦਿੰਦੇ ਆ ਕਿ ਰਹਿਣ ਦਿਆ ਕਰ, ਤੂੰ ਐਵੇਂ ਨਾ, ਇਹਦਾ ਦਿਮਾਗ ਖਰਾਬ ਹੋ ਜਾਏਗਾ। ਨਹੀਂ ਇਹ ਤਾਂ ਪਹਿਲਾਂ ਹੀ ਨਹੀਂ ਮਾਨ। ਮੈਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਚਣ ਵਾਲੀਆਂ ਨੇ ਗੱਲਾਂ ਨੇ, ਇਹ ਤੁਹਾਨੂੰ ਵਧੀਆ ਇਨਸਾਨ ਨਹੀਂ ਬਣਾਉਂਦੇ। ਨਹੀਂ ਵਧੀਆ ਬਣਾਉਣੇ ਔਰ ਸੁੱਖ ਸ਼ਾਂਤੀ ਨਹੀਂ ਮਿਲਣੀ। ਥਿੰਦ ਸਾਹਿਬ ਤੁਸੀਂ 10 ਬੈਡਰੂਮ ਦਾ ਘਰ ਪਾ ਲਓ, 20 ਬੈਡਰੂਮ ਦਾ ਘਰ ਪਾ ਲਓ, ਜੇ ਤੁਹਾਨੂੰ ਆਪਣੇ ਘਰਦਿਆਂ ਦੇ ਗੁਣ ਨਹੀਂ ਦਿਸਦੇ ਤਾਂ ਉਹ 'ਚੋਂ ਚੀਕਾਂ ਹੀ ਆਊਗੀਆਂ, ਚੀਕਾਂ ਦੀਆਂ ਆਵਾਜ਼ਾਂ ਆਊਗੀਆਂ, ਖੁਸ਼ੀ ਦੀਆਂ ਉੱਥੇ ਕਹਿ ਕੇ ਨਹੀਂ ਆਉਣੇ ਹੈ ਤੁਹਾਡੇ ਜਾ ਕੇ, ਜੇ ਤੁਹਾਨੂੰ ਗੁਣ ਨਹੀਂ ਦਿਸਦੇ। ਜੇ ਤੁਹਾਨੂੰ ਗੁਣ ਦੇਖਣ ਲੱਗ ਪਿਆ ਤਾਂ ਫਿਰ ਬੇਸ਼ੱਕ ਤੁਸੀਂ ਅਪਾਰਟ ਕਿਤੇ ਰਹਿੰਦੇ ਜਾ ਕੇ, ਫਿਰ ਕੀ ਫਰਕ ਪੈਂਦਾ, ਫਿਰ ਤੱਕ ਠੀਕ ਹੈ। ਸੋ ਇਹ ਬਹੁਤ ਜ਼ਰੂਰੀ। ਇੱਕ ਮੈਂ ਇਹ ਦੱਸਦਾ, ਇਹ ਉਹਦਾ ਕੰਮ ਸੌਖਾ ਨਹੀਂ ਹੈ, ਇਹ ਹੈਗਾ ਔਖਾ ਜਾ ਕੇ। ਉਹ ਆਪਾਂ ਕਈ ਵਾਰ ਉਹਦੀ ਵੀ ਗੱਲ ਕੀਤੀ ਆ, ਡਾਇਓਜੀਨਸ ਦੀ ਵੀ। ਉਹ ਡਾਇਓਜੀਨਸ ਨੂੰ ਇੱਕ ਵਾਰ ਪੁੱਛਿਆ ਸੀਗਾ ਜੀ ਵੀ ਜਿਹੜਾ ਹੈਗਾ ਸਭ ਨਾਲੋਂ ਔਖਾ ਕੰਮ ਕੀ ਆ? ਉਹ ਕਹਿੰਦਾ ਆਪਣੇ ਗੁਣ ਦੇਖਣੇ। ਅਤੇ ਉਹ ਨਹੀਂ, ਉਹ ਕਹਿੰਦਾ ਸਭ ਨਾਲੋਂ ਔਖਾ ਕੀ ਆ? ਉਹਨੇ ਕਿਹਾ ਆਪਣੇ ਗੁਣ ਦੇਖੇ। ਉਹ ਕਹਿੰਦਾ ਸਭ ਨਾਲੋਂ ਸੌਖਾ ਕੀ? ਕਹਿੰਦਾ ਦੂਜੇ ਦੇ ਔਗਣ ਦੇਖਣੇ। ਦੂਜੇ ਦੇ ਔਗਣ ਦੇਖਣੇ ਸਭ ਤੋਂ ਸੌਖਾ ਹੈ ਜੀ, ਔਰ ਆਪਣੇ ਔਗਣ ਦੇਖਣੇ ਜਿਹੜੇ ਹੈਗੇ ਉਹ ਸਭ ਤੋਂ ਔਖਾ ਹੈ ਕੰਮ ਜੀ। ਸੋ ਹੈ ਤਾਂ ਕੰਮ ਇਹ ਔਖਾ, ਪਰ ਇਹ ਕਰਨਾ ਜ਼ਰੂਰੀ ਹੈ ਜਾ ਕੇ। ਥਿੰਦ ਸਾਹਿਬ ਦਾ ਮੈਂ ਹੁਣ ਮੁਕਾਉਣ ਲੱਗਾ ਗੱਲ, ਇਹ ਲੰਬੀ ਹੋਈ ਜਾਂਦੀ ਹੈ। ਮੈਂ ਤਾਂ ਕਈ ਵਾਰ ਇਹ ਸੋਚਦਾ ਸਿੰਦਾ, ਮੈਂ ਤਾਂ ਜੀਂਦਾ ਹੀ ਦੂਜਿਆਂ ਦੇ ਉਪਕਾਰਾਂ 'ਤੇ ਸੱਚੀ। ਮੈਂ ਇੱਕ ਦਿਨ ਨਹੀਂ ਕੱਢ ਸਕਦਾ ਜੇ ਬਾਕੀ ਦੇ ਬੰਦੇ ਮੇਰੇ 'ਤੇ ਕੋਈ ਫੇਵਰਸ ਨਾ ਕਰਨ ਮੈਨੂੰ। ਹਰ ਬੰਦੇ ਦੀ ਫੇਵਰ ਮੈਂ ਜਦ ਨਿਗਾਹ ਆਲੇ ਦੁਆਲੇ ਮਾਰਦਾ ਜਾ ਕੇ ਜੀ, ਤਾਂ ਬਹੁਤ ਫੇਵਰਸ ਮੈਨੂੰ ਸਾਰੇ ਦਿਨ 'ਚ ਹੋ ਰਹੀਆਂ ਜਾ ਕੇ। ਉਹਨਾਂ ਫੇਵਰਸ ਦੇ ਸਿਰ, ਉਹ ਗੁਣ ਹੀ ਹੈ ਜੀ ਉਹਨਾਂ ਬੰਦਿਆਂ 'ਚ, ਉਹਨਾਂ ਗੁਣਾਂ ਦੇ ਸਿਰ 'ਤੇ ਉਹ ਆਦਮੀ ਮੈਂ ਜੀਣਾ ਜਾ ਕੇ। ਇਹ ਆਦਮੀ 10 ਦਿਨ ਨਹੀਂ ਕੱਢ ਸਕਦਾ। ਤੁਸੀਂ ਸੋਚੋ ਤਾਂ ਸਹੀ, ਜੇ ਤੁਹਾਡੀ ਕੋਈ ਮਦਦ ਹੀ ਨਾ ਕਰੇ। ਕਿੰਨੇ ਬੰਦੇ ਆ ਜ਼ਿੰਦਗੀ ਵਿੱਚ, ਕਿੰਨੀ ਨਿਰਭਰਤਾ ਅਸੀਂ ਇੱਕ ਦੂਜੇ ਦੇ। ਸੋ ਸਾਰਿਆਂ ਦੇ ਗੁਣਾਂ ਨੂੰ ਯਾਦ ਕਰਕੇ, ਉਹਨਾਂ ਨੂੰ ਸੰਭਾਲ ਕੇ ਰੱਖਣ 'ਤੇ, ਉਹਨਾਂ ਨੂੰ ਦੱਸ ਕੇ ਇਹਦੀ ਲੋੜ ਆ ਕਰਕੇ ਦੇਖ ਲਓ ਤੁਸੀਂ। ਜੇ ਖੁਸ਼ੀ ਨਾ ਆਈ ਤਾਂ ਮੈਂ ਜਿੱਦਾਂ ਕਈ ਵਾਰ ਕਹਿੰਦੇ ਗਰੰਟੀ ਦਿੰਦਾ ਇਸ ਗੱਲ ਦੀ ਖੁਸ਼ੀ ਆਏਗੀ। ਜੇ ਦੂਜੇ ਨੂੰ ਖੁਸ਼ ਕਰਕੇ ਖੁਸ਼ੀ ਲੈਣੀ ਆ ਜਾਵੇ, ਉਹ ਮੁਬਾਰਕ ਰੂਹਾਂ ਹੈ। ਉਹਦੀ ਮੁਬਾਰਕ ਉਸ ਬੰਦੇ ਵਰਗਾ ਕੌਣ ਹੈ ਜਿਹਨੂੰ ਖੁਸ਼ੀ ਇਸ ਗੱਲ 'ਚ ਮਿਲਦੀ ਹੈ। ਜੇ ਮੈਂ ਥਿੰਦ ਸਾਹਿਬ ਨੂੰ ਖੁਸ਼ ਕਰਤਾ ਤਾਂ ਮੈਂ ਖੁਸ਼ ਹੋ ਗਿਆ।
ਠੀਕ ਹੈ। ਕਈ ਬੰਦੇ ਹੁਣ ਦੁਖੀ ਕਰਕੇ ਖੁਸ਼ ਹੁੰਦੇ ਜਾ, ਉਹ ਰਸਤਾ ਛੱਡ ਦੇ, ਉਹ ਨਾ ਵਧੀਆ ਨਹੀਂ। ਐਵੇਂ ਕਿਸੇ ਦੀ ਭੰਡੀ ਪ੍ਰਚਾਰ ਕਰਕੇ ਜਾ ਕੇ ਖੁਸ਼ੀ ਹਾਸਲ ਕਰਨੀ ਬਹੁਤ ਨੀਚਤਾ ਹੇਠਲੀ ਗੱਲ ਹੈਗੀ ਆ। ਤੁਹਾਡੇ ਅੰਦਰ ਕੋਈ ਆਲਾ ਤਬਦੀਲੀ ਆ ਨਹੀਂ ਸਕਦੀ, ਇਹ ਵੀ ਮੇਰੀ ਗਰੰਟੀ ਹੈ। ਜਾ ਕੇ ਤੁਸੀਂ ਕਿਸੇ ਦੇ ਔਗਣ ਕੱਢ ਕੇ ਨਸ਼ਰ ਕਰਕੇ ਜੇ ਤੁਸੀਂ ਕਹੋ ਵੀ ਤੁਸੀਂ ਬਹੁਤ ਅੱਛੇ ਇਨਸਾਨ ਬਣ ਰਹੇ ਆ ਤਾਂ ਆਈ ਡੋਂਟ ਥਿੰਕ ਸੋ। ਇੱਕ ਗੱਲ ਜੀ। ਦੂਜੀ ਗੱਲ ਮੈਂ ਇੱਕ ਇਹ ਜ਼ਰੂਰ ਕਹਿਣੀ ਚਾਹੁੰਦਾ ਸੀਗਾ ਜੀ ਆ ਕੇ ਵੀ ਇੱਕ ਕਮਿਊਨਿਟੀ ਵਿੱਚ ਮੈਂ ਕਾਫੀ ਦੇਖੀ ਹੈ ਪਿਛਲੇ ਦਿਨਾਂ ਵਿੱਚ ਜਿਹੜੀ ਆ ਉਹ ਮੈਨੂੰ ਪੁੱਛਦੇ ਤੁਸੀਂ, ਮੈਂ ਕਿਹਾ ਇਹ ਜਿਹੜੀਆਂ ਗੱਲਾਂ ਤੁਸੀਂ ਕਰਦੀਆਂ ਇਹ ਰੇਡੀਓ 'ਤੇ ਕਰਦੀਆਂ, ਅਸੀਂ ਹੋਰ ਕਿਹੜੀਆਂ ਕਰਦੇ ਜਾ ਕੇ। ਇੱਕ ਬਹੁਤ ਹੈ, ਮੈਂ ਜਿਸ ਵੇਲੇ ਜਾਂਦਾ ਜੀ ਬੰਦੇ ਕਾਫੀ ਮਿਲਦੇ ਆ ਜਿਹੜੇ ਤੁਹਾਨੂੰ ਇਹ ਬਾਰ-ਬਾਰ ਦੱਸਦੇ ਆ ਜਾ ਕੇ ਜੀ ਵੀ ਕਈ ਵਾਰ ਤਾਂ ਜੀ ਮੇਰੇ ਕੋਲ ਲਾਟਾਂ ਇੰਨੀਆਂ ਆ ਜਾ ਕੇ ਜੀ, ਮੇਰੇ ਕੋਲ ਘਰ ਇੰਨੇ ਆ ਜਾ ਕੇ ਜੀ, ਮੇਰੇ ਜਿਹੜੇ ਬੱਚੇ ਯੂਨੀਵਰਸਿਟੀਆਂ ਦੇ ਵਿੱਚ ਆ ਚਲੇ ਗਏ ਆ ਜਾਂ ਉਹ ਬਣ ਗਿਆ ਜਾਂ ਉਹ ਬਣ ਗਿਆ ਜਾ ਕੇ। ਅਤੇ ਉਹ ਜਾ ਕੇ ਕਾਫੀ ਕਈ ਡਾਇਰੈਕਟਲੀ ਦੱਸਦੇ ਆ, ਕਈ ਥੋੜ੍ਹੇ ਇਨਡਾਇਰੈਕਟਲੀ ਦੱਸਦੇ ਆ ਜਾ ਕੇ ਵੀ ਮੇਰੇ ਆਪਣੀ ਸ਼ੇਖੀ ਮਾਰਦੇ ਆ ਇੱਦਾਂ ਕਹਿ ਲਓ। ਇਹ ਮੈਨੂੰ ਮੈਂ ਤੁਹਾਨੂੰ ਦੱਸਾਂ ਪਹਿਲਾਂ ਤਾਂ ਮੈਨੂੰ ਆਉਂਦੀ ਹੁੰਦੀ ਸੀ, ਖਿਝ ਆਉਂਦੀ ਹੁੰਦੀ ਸੀ ਜਦ ਕੋਈ ਇੱਦਾਂ ਹੁਣ ਖਿਝ ਆਉਂਦੀ ਹੁੰਦੀ ਸੀ, ਇੱਦਾਂ ਕੋਈ ਗੱਲਾਂ ਕਰਦਾ ਸੀ ਤਾਂ ਮੈਨੂੰ ਬੜਾ ਖਿਝ ਆਉਣੀ ਆਪਣੇ। ਮੈਂ ਜ਼ਾਹਰ ਤਾਂ ਨਹੀਂ ਕਰਨਾ ਪਰ ਮੈਂ ਆਪਣੇ ਆਪ 'ਚ ਬੜਾ ਗੁੱਸਾ ਮਹਿਸੂਸ ਕਰਨਾ। ਸਾਹਿਬ ਹੁਣ ਮੈਨੂੰ ਉਹਨਾਂ ਬੰਦਿਆਂ 'ਤੇ ਖਿਝ ਨਹੀਂ ਆਉਂਦੀ, ਹੁਣ ਮੈਨੂੰ ਤਰਸ ਆਉਂਦਾ ਉਹਨਾਂ ਬੰਦਿਆਂ 'ਤੇ। ਕਿਉਂ? ਉਹਨਾਂ ਨੂੰ ਤਰਸ ਇਸ ਆਉਂਦਾ, ਮੈਂ ਇਹ ਸੋਚਦਾ ਵੀ ਇਹ ਬੰਦੇ ਦੇ ਅੰਦਰ ਕਿੰਨਾ ਖਾਲੀਪਨ ਆ, ਕਿੰਨਾ ਖਲਾ ਆ ਇਹਦੇ ਵਿੱਚ, ਮੈਂਟਲੀ ਕਿੰਨਾ ਗਰੀਬ ਆ ਇਹ ਬੰਦਾ ਜਾ ਕੇ, ਜਿਹਨੂੰ ਦੱਸਣਾ ਪੈ ਰਿਹਾ ਸਾਰਿਆਂ ਵੀ ਮੇਰੇ ਕੋਲ ਇੰਨਾ ਕੁਛ ਆ, ਮੇਰੇ ਕੋਲ ਇੰਨਾ। ਇਹਦੇ ਅੰਦਰ ਕੋਈ ਕਮੀ ਆ ਜਿਹੜੀ ਇਹਦੇ ਅੰਦਰ ਹੈ, ਉਹ ਕਮੀ ਨੂੰ ਇੱਦਾਂ ਦੱਸ ਕੇ ਪੂਰੀ ਕਰਦਾ ਜਾ ਕੇ ਵੀ ਮੇਰੇ ਕੋਲ ਆਇਆ, ਮੇਰੇ ਕੋਲ ਆਇਆ, ਮੇਰੇ ਆਇਆ ਜਾ ਕੇ। ਸੋ ਇਹਦੇ ਨਾਲ ਗੁੱਸੇ ਹੋਣ ਵਾਲੀ ਗੱਲ ਨਹੀਂ, ਇਹ ਤਾਂ ਤਰਸ ਕਰਨ ਵਾਲੀ ਗੱਲ ਹੈ। ਇਹ ਤਾਂ ਇੱਕ ਬਹੁਤ ਗਰੀਬੀ ਦੇ ਵਿੱਚ ਫਸਿਆ ਹੈ ਬੰਦਾ ਜਾ ਕੇ, ਜਿਹੜਾ ਆਪਣੀ ਗਰੀਬੀ ਨੂੰ ਗੱਲਾਂ ਕਰਕੇ ਦੱਸ ਕੇ ਕਿਸ ਤਰ੍ਹਾਂ ਕੱਢਣੀ ਚਾਹੁੰਦਾ ਜਾ ਕੇ ਜੀ। ਉਹਦੀ ਆਤਮਾ ਦੀ ਗਰੀਬੀ ਹੈ, ਉਹਦੀ ਆਪਣੀ ਮਾਨਸਿਕ ਗਰੀਬੀ ਹੈ, ਉਹਦੀ ਮਾਨਸਿਕ ਗਰੀਬੀ ਹੈ ਉਸ ਬੰਦੇ। ਉਹ ਜਿਹੜਾ ਬੰਦਾ ਇੱਦਾਂ ਤੁਹਾਡੇ ਨਾਲ ਗੱਲ ਕਰਦਾ, ਇਹ ਸਮਝੋ ਵੀ ਇਹ ਬੰਦੇ ਦੇ ਅੰਦਰ ਗਰੀਬੀ ਕੋਈ ਛੁਪੀ ਹੋਈ ਆ ਜਿਹੜੀ ਇਹ ਕੱਢਣੀ ਚਾਹੁੰਦਾ ਕਿਸੇ ਤਰ੍ਹਾਂ ਜਾ ਕੇ। ਔਰ ਇੱਕ ਮੈਂ ਜਿਹੜੇ ਇੱਦਾਂ ਗੱਲਾਂ ਕਰਦੇ ਆ ਉਹਨਾਂ ਨੂੰ ਮੈਂ ਇਹ ਦੱਸਦਾ ਵੀ ਇੱਦਾਂ ਗੱਲ ਕਰਕੇ ਜਿਹੜਾ ਤੁਸੀਂ ਦੂਜੇ 'ਤੇ ਜਿਸ ਕਿਸਮ ਦਾ ਅਸਰ ਪਾਉਣਾ ਚਾਹੁੰਦੇ ਆ ਉੱਦਾਂ ਦਾ ਨਹੀਂ ਪੈਂਦਾ, ਉਹਦੇ ਉਲਟ ਪੈਂਦਾ ਅਸਰ ਜਾ ਕੇ। ਉਹ ਸਗੋਂ ਜਿਹੜਾ ਹੈ ਬੰਦਾ ਉਹ ਤੁਹਾਡੀ ਦੂਈ ਲਾਈਨ ਲੈ ਲੈਂਦਾ ਵੀ ਮੈਨੂੰ ਇਹ ਆਪਣੇ ਮੈਨੂੰ ਜ਼ਲੀਲ ਕਰਦਾ ਹੈ, ਮੈਨੂੰ ਬਲਿਟਲ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾ ਕੇ ਆਪਣੇ ਜ਼ਿਆਦਾ ਦੱਸ ਕੇ। ਕਿਉਂਕਿ ਮੇਰੇ ਕੋਲ ਤਾਂ ਇੱਕ ਘਰ ਹੈ ਜੇ ਇੱਕ ਵੀ ਨਹੀਂ ਹੈਗਾ, ਇਹ ਦੱਸਦਾ ਮੇਰੇ ਕੋਲ 6 ਘਰ ਹੈ, ਠੀਕ ਹੈ, ਇਹ ਮੈਨੂੰ ਬਲਿਟਲ ਕਰਦਾ। ਤੁਸੀਂ ਬਲਿਟਲ ਕਰਦੇ ਆ ਦੂਜੇ ਬੰਦੇ ਨੂੰ ਇੱਦਾਂ ਦੱਸ ਕੇ ਜਾ ਕੇ। ਸੋ ਪਲੀਜ਼ ਡੋਂਟ ਡੂ ਇਟ। ਸੋ ਇਹੀ ਗੱਲ ਜਿਹੜੀ ਹੈ, ਇੱਕ ਇਹ ਗੱਲ ਹੈਗੀ। ਬਾਕੀ ਜਿਹੜੀ ਹੈਗੀ ਆ ਹੁਣ ਆਪਾਂ ਜਿਹੜੀ ਅੱਜ ਸਿੱਖ ਵਿਰਸੇ ਦੀ ਗੱਲ ਕਰਦੇ ਹਾਂ ਜੀ, ਆਹ ਮਹੀਨਾ ਅਪ੍ਰੈਲ ਦਾ, ਹਾਂਜੀ, ਇਹ ਸਿੱਖ ਵਿਰਸੇ ਨੂੰ ਸਮਰਪਿਤ ਹੈ। ਹਾਂਜੀ, ਇਹਦੇ ਨਾਲ ਇਹ ਹਸਨ ਸਾਹਿਬ ਇਹ ਜਿਹੜਾ ਆਪਾਂ ਜ਼ਿਆਦਾ ਜਿਹੜੇ ਹੈਗੇ ਆ ਇਹਦੇ ਵਿੱਚ ਜਿਹੜਾ ਸਭ ਤੋਂ ਮਹੱਤਵਪੂਰਨ ਗੱਲ ਹੋਈ ਆ ਉਹ ਹੈਗੀ ਕ੍ਰੀਏਸ਼ਨ ਆਫ ਖਾਲਸਾ। ਖਾਲਸੇ ਦੀ ਜਿਹੜੀ ਕ੍ਰੀਏਸ਼ਨ ਹੋਈ ਹੈ ਜੋ ਕਿ 1699 ਦੇ ਵਿੱਚ ਜਿਹੜੀ ਕੀਤੀ ਆ, ਉਹ ਜਿਹੜੀ ਸਭ ਤੋਂ ਹੋਈ ਹੈ। ਹੁਣ ਇਹਦੇ ਵਿੱਚ ਆਪਾਂ ਅੱਗੇ ਕਰ ਚੁੱਕੇ ਹਾਂ, ਸਿੱਖੀ 'ਤੇ ਕਾਫੀ ਪ੍ਰੋਗਰਾਮ ਵੀ ਕੀਤੇ ਹੈਗੇ ਆ, ਕਾਫੀ ਗੱਲਾਂ ਤਾਂ ਉਹਨਾਂ ਵਿੱਚੋਂ ਰੈਪੀਟੇਸ਼ਨ ਹੋਣੀਆਂ, ਪਰ ਰੈਪੀਟੇਸ਼ਨ ਚਲੋ ਫਿਰ ਭੁੱਲ ਜਾਂਦੀ ਹੈ ਬੰਦੇ ਨੂੰ, ਫਿਰ ਵੀ ਆਪਾਂ ਦੇਖ ਲੈਂਦੇ ਹਾਂ। 1699 ਵਿੱਚ ਖਾਲਸੇ ਨੂੰ ਕ੍ਰੀਏਟ ਕੀਤਾ। ਇੱਕ ਮੈਂ ਦੱਸਦਿਆਂ ਜਾ ਕੇ ਜਿਹੜੀਆਂ ਰਵਾਇਤੀ ਗੱਲਾਂ ਹੈ ਨਾ ਜੀ, ਵੀ ਉਹਦੇ ਵਿੱਚ ਹੈਗੇ ਬੰਦੇ ਆ ਜੀ, ਬੰਦੇ ਨੂੰ ਵੱਢਿਆ ਗਿਆ, ਤੰਬੂ ਵਿੱਚ ਲੈ ਗਏ, ਉਹਦਾ ਕਤਲ ਕੀਤਾ ਗਿਆ, ਬੱਕਰਾ ਸੀ, ਇੱਕ ਬੰਦਾ ਸੀ, ਇੱਕ ਅਮਰ ਅਸ਼ਕ, ਇਹ ਨਹੀਂ ਆਪਾਂ ਕਰਾਂਗੇ, ਇਹ ਸਾਰਿਆਂ ਨੂੰ ਪਤਾ ਆ, ਇਹ ਸਾਰਿਆਂ ਨੂੰ ਪਤਾ ਹੈ। ਇਸ ਕਰਕੇ ਜਿਹੜੀਆਂ ਹੈਗੀਆਂ ਇਹਨੂੰ ਆਪਾਂ ਛੱਡ ਕੇ ਐਸੈਂਸ ਜਿਹੜਾ ਹੈ ਖਾਲਸੇ ਦਾ ਨਾ ਜੀ, ਉਹਦੇ 'ਤੇ ਗੱਲ ਕਰਾਂਗੇ। ਔਰ ਖਾਲਸੇ ਦੀ ਲੋੜ ਕਿਉਂ ਪਈ? ਸਿੱਖ ਆਰਗੇਨਾਈਜੇਸ਼ਨ ਆਲਰੇਡੀ ਚੱਲ ਰਹੀ ਸੀਗੀ, ਖਾਲਸੇ ਦੀ ਕੀ ਲੋੜ ਪੈ ਗਈ ਕ੍ਰੀਏਸ਼ਨ ਆਫ ਖਾਲਸੇ ਦੀ? ਕਿਉਂ ਖਾਲਸੇ ਨੂੰ ਕ੍ਰੀਏਟ ਕੀਤਾ ਗਿਆ ਜਦ ਕਿ ਸਿੱਖ ਆਰਗੇਨਾਈਜੇਸ਼ਨ ਪਿਛਲੇ 9 ਗੁਰੂਆਂ ਦੇ ਸਾਹਿਬ ਦੇ ਟਾਈਮ ਦੇ ਵਿੱਚੋਂ ਚੱਲ ਰਹੀ ਸੀ, ਠੀਕ ਹੈ ਨਾ। ਔਰ ਉਹਦੇ ਵਿੱਚ ਵੀ ਇੱਕ ਮੈਂ ਦੇਖਦਾ ਸੀ, ਔਰ ਤੁਸੀਂ ਦੇਖੋ ਕਿੰਨਾ ਟਾਈਮ ਹੋ ਗਿਆ। ਹੁਣ ਮੈਂ ਤੁਹਾਨੂੰ ਦੱਸਦਾ, ਮੈਨੂੰ ਯਾਦ ਸ਼ਾਇਦ ਇੱਕ ਵਾਰ ਆਪਾਂ ਗੱਲ ਕੀਤੀ ਵੀ ਸੀ, ਸਿੱਖ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਉਮਰਾਂ ਸੀਗੀਆਂ ਨਾ ਜੀ, ਉਹ ਜੇ ਐਵਰੇਜ ਕੱਢੀਏ ਤਾਂ ਬਹੁਤੀ ਨਸੀਆਂ। ਪਹਿਲੇ ਗੁਰੂ ਸਾਹਿਬ ਦੀ ਉਮਰ ਜਿਹੜੀ ਸੀ ਉਹ 70 ਸਾਲ ਕਹਿ ਸਕਦੇ, ਕਈ 69 ਸਾਲ 11 ਮਹੀਨੇ ਕਹਿੰਦੇ, ਕਈ 70 ਕੋਈ, ਠੀਕ ਹੈ ਨਾ। ਦੂਜਿਆਂ ਦੀ ਸੀ 48 ਸਾਲ ਜੀ, ਤੀਜਿਆਂ ਦੀ ਸੀ 95 ਸਾਲ ਜੀ, ਮੈਨੂੰ ਦੇਖੋ ਚੇਤੇ ਹੈ ਜੀ। ਚੌਥਿਆਂ ਦੀ ਸੀਗੀ ਜਾ ਕੇ ਜਿਹੜੀ 46 ਸਾਲ ਜੀ, ਪੰਜਵਿਆਂ ਦੀ ਸੀ 43 ਸਾਲ, ਛੇਵਿਆਂ ਦੀ ਸੀ 48 ਸਾਲ, ਸੱਤਵਿਆਂ ਦੀ ਸੀ 31 ਸਾਲ ਜੀ, ਅੱਠਵਿਆਂ ਦੀ ਸੀ 8 ਸਾਲ ਜਾਂ 7 ਸਾਲ, ਠੀਕ ਹੈ, ਨੌਵਿਆਂ ਦੀ ਸੀ 54 ਸਾਲ ਅਤੇ 10ਵੇਂ ਸਾਹਿਬ ਦੀ ਸੀ 41 ਜਾਂ 42 ਸਾਲ। ਸੋ ਇਹ ਸਾਰੀਆਂ ਜਿਹੜੀਆਂ ਗੁਰੂ ਸਾਹਿਬ ਦੀਆਂ ਉਮਰਾਂ ਜੇ ਐਵਰੇਜ ਕੱਢਿਓ ਤਾਂ 50 ਤੋਂ ਹੇਠਾਂ ਆਉਂਦੀ ਹੈ ਜਾ ਕੇ। ਪਰ ਸਿੱਖ ਆਰਗੇਨਾਈਜੇਸ਼ਨ ਚੱਲ ਰਹੀ ਸੀ ਉਸ ਵੇਲੇ ਸੀਗੀ। ਸੋ ਲੋੜ ਕਿਉਂ ਪਈ? ਲੋੜ ਇਸ ਕਰਕੇ ਪਈ ਥਿੰਨ ਸਾਹਿਬ ਜਿਹੜੀ ਸਭ ਤੋਂ ਵੱਡੀ ਵੀ ਜਿਹੜੀ ਉਸ ਵੇਲੇ ਦੀ ਸਿੱਖ ਆਰਗੇਨਾਈਜੇਸ਼ਨ ਸੀਗੀ ਉਹ ਚੱਲ ਤਾਂ ਰਹੀ ਸੀ ਪਰ ਉਹ ਨਾਮ ਨਹਾਦ ਦੀ ਸੀ ਉਸ ਵੇਲੇ। ਉਹਦੇ ਵਿੱਚ ਸੈਂਟਰਲ ਪਾਵਰ 'ਚ ਕੋਈ ਤਾਕਤ ਨਹੀਂ ਸੀ ਰਹਿ ਗਈ ਹੈ,
ਕੋਈ ਜਾਨ ਨਾ ਸੀ ਹੈ, ਕੋਈ ਜੇ ਗੁਰੂ ਸਾਹਿਬ ਦਾ ਵੀ ਉਹ ਇਮੇਜ ਹੈ ਨਾ ਸੀ ਜਿਹੜਾ ਪਹਿਲਾਂ ਸੀਗਾ। ਜਾ ਕੇ ਇੱਥੇ ਤੱਕ ਵੀ ਆਪਾਂ ਨੂੰ ਯਾਦ ਪਤਾ ਹੋਣਾ ਚਾਹੀਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਰਿਮੰਦਰ ਸਾਹਿਬ 'ਚ ਐਂਟਰ ਵੀ ਨਾ ਸੀ ਹੋਣ ਦਿੱਤਾ। ਮਸੰਦਾਂ ਦੀ ਪਾਵਰ ਇੰਨੀ ਜ਼ਿਆਦਾ ਵੱਧ ਗਈ ਸੀ, ਪਾਵਰ ਸਾਰੀ ਆਰਗੇਨਾਈਜੇਸ਼ਨ ਉਹਨਾਂ ਦੇ ਹੱਥ ਦੇ ਵਿੱਚ ਸੀਗੀ, ਸਾਰੇ ਫਾਈਨੈਂਸਸ ਉਹਨਾਂ ਦੇ ਹੱਥ ਵਿੱਚ ਸੀਗੇ। ਗੁਰੂ ਦੇ ਸੈਂਟਰਲ ਖਜ਼ਾਨੇ 'ਚ ਪੈਸੇ ਆਉਂਦੇ ਨਹੀਂ ਸੀ ਹੈ ਜੀ, ਉਹ ਆਪੇ ਖਾਈ ਜਾਂਦੇ ਸੀ ਪੈਸੇ ਜਿੰਨੇ ਸੀਗੇ ਜਾ ਕੇ। ਸੋ ਉਹ ਫਾਈਨੈਂਸ਼ੀਅਲ ਵੀ ਕੋਈ ਬੜੀ ਜ਼ਰੂਰਤ ਸੀਗੀ। ਬਾਕੀ ਜਿਹੜੀ ਸੀਗੀ ਉਹਦੇ ਵਿੱਚ ਜਿਹੜੀ ਹੁਣ ਗੁਰੂ ਸਾਹਿਬ ਨੂੰ, ਗੁਰੂ 10ਵੇਂ ਗੁਰੂ ਸਾਹਿਬ ਨੂੰ ਵਿਰਸੇ 'ਚ ਕੋਈ ਬਹੁਤ ਸਟਰੋਂਗ ਆਰਗੇਨਾਈਜੇਸ਼ਨ ਨਹੀਂ ਮਿਲੀ ਹੈ। ਜੇ ਆਪਾਂ ਕਹੀਏ ਨਾ ਵੀ ਵਿਰਸੇ 'ਚ ਬੜਾ ਤਖਤ ਤਾਜ ਮਿਲ ਗਿਆ ਜਾ ਕੇ, ਇੱਦਾਂ ਕੁਛ ਨਹੀਂ ਸੀ ਜਾ ਕੇ। ਉਹ ਆਰਗੇਨਾਈਜੇਸ਼ਨ ਬੜੀ ਢਿੱਲੀ ਹੋ ਗਈ ਸੀ ਉਸ ਵੇਲੇ ਸੇ ਜਾ ਕੇ। ਉਹਦੇ 'ਚ ਫਿਰ ਤੁਸੀਂ ਦੇਖੋ ਇਹ ਜਿਹੜੇ ਮੀਣੇ ਪਿਰਥੀਏ ਦੇ ਫਾਲੋਅਰ ਸੀਗੇ, ਧੀਰ ਮਲੀਏ, ਰਾਮ ਰਾਈਏ, ਇਹ ਜਿਹੜੇ ਆ ਇਹ ਵੀ ਪ੍ਰੋਬਲਮਾਂ ਖੜੀਆਂ ਕਰ ਰਹੇ ਸੀਗੇ ਸੈਂਟਰਲ ਗੌਰਮੈਂਟ ਦੇ ਨਾਲ ਮਿਲ ਕੇ ਜਾ ਕੇ। ਇਹ ਨੁਕਸਾਨ ਦੇ ਰਹੇ ਸੀ ਸਿੱਖ ਮੂਵਮੈਂਟ ਨੂੰ ਜਾ ਕੇ। ਸੋ ਜਿਹੜੀ ਪੀਜ਼ੈਂਟਰੀ ਸੀ, ਕਿਸਾਨੀ ਸੀ, ਉਹ ਵੀ ਕਮਜ਼ੋਰ ਹੀ ਸੀ ਉਸ ਵੇਲੇ, ਐਕਸਪਲੋਇਟ ਹੋ ਰਹੀ ਸੀ। ਇਹ ਐਕਸਪਲੋਇਟ ਹੋ ਰਹੀ ਸੀ, ਪੂਰੀ ਤਰ੍ਹਾਂ ਐਕਸਪਲੋਇਟ ਹੋ ਰਹੀ ਸੀ ਜਾ ਕੇ। ਉਹਨਾਂ ਦਾ ਨਾਸ ਬਿਲਕੁਲ ਕੀਤਾ ਜਾ ਰਿਹਾ ਸੀ ਜਾ ਕੇ। ਉਹ ਫਿਰ ਤੁਸੀਂ ਦੇਖੋ ਨਾ, ਉਹ ਉਸ ਵੇਲੇ ਜਿਸ ਵੇਲੇ ਇਹਨਾਂ ਦੀ ਸਾਰਿਆਂ ਦੀ ਆਰਗੇਨਾਈਜੇਸ਼ਨ ਖਰਾਬ ਹੋਈ ਸੀਗੀ, ਸੋ ਉਸ ਵੇਲੇ ਪਜੈਂਟਰੀ ਦਾ, ਤੁਸੀਂ ਮੈਨੂੰ ਯਾਦ ਕਰਾ ਤਾਂ ਪਜੈਂਟਰੀ ਦਾ ਮੁੱਖ ਮਸਲਾ ਸੀ ਉਸ ਵੇਲੇ। ਪਜੈਂਟਰੀ ਦਾ ਮੁੱਖ ਮਸਲਾ ਇਹ ਸੀ ਵੀ ਜਿਹੜਾ ਹਲਵਾਹਕ ਸੀ ਉਹਦੇ ਕੋਲ ਜ਼ਮੀਨ ਹੈ ਨਾ ਸੀ, ਬੜੇ ਬੜੇ ਜਗੀਰਦਾਰ ਸੀ। ਦੋ ਤਰ੍ਹਾਂ ਦੀਆਂ ਸੀਗੀਆਂ ਜ਼ਮੀਨਾਂ ਜੀ ਉਸ ਵੇਲੇ। ਇੱਕ ਤਾਂ ਜਿਹੜੀਆਂ ਬਾਦਸ਼ਾਹ ਦੇ ਸਿੱਧੀਆਂ ਉਹਦੇ ਹੇਠਾਂ ਸੀਗੀਆਂ, ਬਾਦਸ਼ਾਹ ਜਿਹਦਾ ਉਹ ਹਾਲਾ ਲੈਂਦੇ ਹੁੰਦੇ ਸਿੱਧੇ। ਇੱਕ ਹੁੰਦੀ ਸੀ ਜਗੀਰਾਂ ਦਿੱਤੀਆਂ ਉਹਨੇ, ਉਹ ਜਗੀਰਦਾਰ ਫਿਰ ਗਾਹ ਮੁਜ਼ਾਰੇ ਰੱਖਦੇ ਸੀਗੇ। ਉਹ ਜਿਹੜਾ ਹਲਵਾਹਕ ਸੀ ਉਹਦੇ ਕੋਲ ਤਾਂ ਜ਼ਮੀਨ ਹੈ ਹੀ ਨਹੀਂ ਸੀ ਜਾ ਕੇ। ਉਹਦੇ ਉੱਤੇ ਬਹੁਤ ਘੱਟ ਬੰਦਿਆਂ ਨੇ ਕਿਹਾ, ਉਹਦੇ ਤੇ ਗੁਰੂ ਸਾਹਿਬ ਨੇ ਕੰਮ ਕੀਤਾ ਜੀ। ਉਹਨੇ ਉਹ ਜਿਹੜਾ ਸੈਕਸ਼ਨ ਸੀਗਾ ਉਸ ਸੈਕਸ਼ਨ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ, ਕਿਸਾਨੀ ਦੇ ਉਸ ਸੈਕਸ਼ਨ ਨੂੰ ਜਿਹੜਾ ਐਕਸਪਲੋਇਟ ਹੋ ਰਿਹਾ ਸੀਗਾ। ਮੁਜ਼ਾਰੇ ਸੀਗੇ, ਉਹਨਾਂ ਨੂੰ ਉਹਨੇ ਜਿਹੜਾ ਹੈਗਾ ਉਹਨੇ ਆਰਗੇਨਾਈਜ਼ ਕੀਤਾ, ਉਹਨਾਂ ਨੂੰ ਉਹਨਾਂ ਦੇ ਚੁੰਗਲ ਦੇ ਵਿੱਚੋਂ ਕੱਢਣ ਦੇ ਲਈ। ਅੱਛਾ, ਹੁਣ ਤੁਸੀਂ ਦੇਖੋ ਪਿੱਛੋਂ ਸਿੱਖ ਮੂਵਮੈਂਟ, ਦੇਖੋ ਸਿੱਖੀਜ਼ਮ ਦਾ ਜ਼ਾਤ ਪਾਤ 'ਚ ਯਕੀਨ ਨਹੀਂ ਹੈ, ਇਹ ਕੋਈ ਸ਼ੱਕ ਹੈ ਨਹੀਂ, ਪਰ ਜ਼ਾਤ ਪਾਤ ਦਾ ਅਸਰ ਜ਼ਰੂਰ ਸੀਗਾ ਕਿ ਉਹ ਹੁਣ ਤੱਕ ਵੀ ਹੈਗਾ। ਉਹ ਤਾਂ ਉਹਨੂੰ ਝੁਠਲਾ ਨਹੀਂ ਸਕਦੇ ਆਪਾਂ। ਸਿੱਖ ਮੂਵਮੈਂਟ ਜਿਹੜੀ ਸਟਾਰਟ ਹੋਈ ਉਹ ਪਹਿਲਾਂ ਟਰੇਡਿੰਗ ਕਲਾਸ ਦੇ ਹੱਥ ਵਿੱਚ ਰਹੀ ਹੈ। ਅੱਛਾ, ਹਾਂ, ਟਰੇਡਰ ਸੀਗੇ ਪਹਿਲੇ ਜਿਹੜੇ ਸੀਗੇ, ਉਹ ਜਾ ਕੇ ਉਹਨਾਂ ਦਾ ਫਾਰਮਿੰਗ ਦੇ ਨਾਲ ਸਿਰਫ ਪਹਿਲੇ ਗੁਰੂ ਸਾਹਿਬ ਨੇ ਆਖਰੀ ਉਮਰ 'ਚ ਥੋੜ੍ਹੀ ਜਿਹੀ ਫਾਰਮਿੰਗ ਕੀਤੀ ਆ, ਨਹੀਂ ਉਹ ਟਰੇਡਰ ਕਮਿਊਨਿਟੀ ਨਾਲ ਕਰਦੇ, ਵਪਾਰੀ ਜਮਾਤ ਦੇ ਨਾਲ, ਖੱਤਰੀ ਕਲਾਸ ਦੇ ਨਾਲ ਤਾਲੁਕ ਰੱਖਦੇ ਸੀਗੇ ਸਾਰੇ। 5ਵੇਂ ਗੁਰੂ ਸਾਹਿਬ ਤੱਕ ਵੀ ਉਹਨੇ ਹੈਗੇ ਘੋੜਿਆਂ ਦਾ ਵਪਾਰ ਇਨਕਰੇਜ ਕੀਤਾ, ਉੱਧਰ ਕੀਤਾ, ਉਹ ਕੀਤਾ। 6ਵੇਂ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ ਔਰ 5ਵੇਂ ਗੁਰੂ ਸਾਹਿਬ ਦੇ ਆਖਰੀ ਟਾਈਮ ਦੇ ਵਿੱਚ ਥੋੜ੍ਹੀ ਜਿਹੀ ਐਂਟਰੀ ਸ਼ੁਰੂ ਹੋਈ ਜੱਟਾਂ ਦੀ, ਪਜੈਂਟਰੀ ਦੀ ਐਂਟਰੀ ਸ਼ੁਰੂ ਹੋਈ ਸਿੱਖ। ਹਾਂ, ਫਿਰ ਮੂਵਮੈਂਟ ਜਿਹੜੀ ਸੀਗੀ ਬਹੁਤ ਢਿੱਲੀ ਪੈ ਗਈ। 7ਵੇਂ ਗੁਰੂ ਸਾਹਿਬ ਦੇ ਟਾਈਮ ਵਿੱਚ, 8ਵੇਂ ਗੁਰੂ ਸਾਹਿਬ ਦੇ ਮੂਵਮੈਂਟ ਦੀਆਂ ਕੋਈ ਐਕਟੀਵਿਟੀਜ਼ ਨਹੀਂ ਰਹੀਆਂ, ਖਾਸ ਐਕਟੀਵਿਟੀਜ਼ ਨਹੀਂ ਰਹੀਆਂ। ਇਹ ਹੁਣ ਮੈਂ ਇਹ ਤੁਹਾਨੂੰ ਦੱਸ ਦਿਆਂ, ਇਹ ਮੈਂ ਹਿਸਟੋਰੀਕਲ ਗੱਲ ਕਰ ਰਿਹਾ। ਇਹਦੇ ਵਿੱਚ ਜੇ ਹੁਣ ਤੁਸੀਂ ਧਾਰਮਿਕ ਤੌਰ 'ਤੇ ਦੇਖੋ ਤਾਂ ਉਹ ਨਹੀਂ ਕਹਿਣਾ ਨਹੀਂ ਜੀ ਸਾਰਿਆਂ ਗੁਰੂਆਂ 'ਚ ਇੱਕੋ ਜਿਹੀ ਸੀਗੀ ਗੱਲ ਜਾ ਕੇ, ਇੱਦਾਂ ਨਹੀਂ। ਮੈਂ ਹਿਸਟੋਰੀਕਲੀ ਗੱਲ ਕਰ ਰਿਹਾ ਵੀ 7ਵੇਂ ਔਰ 8ਵੇਂ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ ਸਿੱਖ ਮੂਵਮੈਂਟ ਜਿਹੜੀ ਹੈਗੀ ਆ ਉਹ ਕੋਈ ਗੁੱਡ ਸ਼ੇਪ ਵਿੱਚ ਨਹੀਂ ਸੀ ਹੈ, ਠੀਕ ਹੈ ਨਾ, ਆਪਾਂ ਕਹਿ ਲਈਏ। ਤਾਂ 9ਵੇਂ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ ਵੀ ਉਹਨੇ ਯਤਨ ਕੀਤਾ ਥੋੜ੍ਹਾ ਜਿਹਾ, ਪਰ ਮੂਵਮੈਂਟ ਫਿਰ ਵੀ ਢਿੱਲੀ ਰਹੀ ਜਾ ਕੇ। ਅੱਛਾ, ਗੁਰੂ ਸਾਹਿਬ ਨੇ ਇਹ ਰਿਅਲਾਈਜ਼ ਕਰ ਲਿਆ ਉਸ ਵੇਲੇ, 10ਵੇਂ ਗੁਰੂ ਸਾਹਿਬ ਨੇ, ਵੀ ਜਦ ਤੱਕ ਜੱਟਾਂ ਦੀ ਐਂਟਰੀ ਨਹੀਂ ਹੁੰਦੀ ਹੈ ਇਸ ਮੂਵਮੈਂਟ ਦੇ ਵਿੱਚ, ਉਦ ਤੱਕ ਇਸ ਮੂਵਮੈਂਟ ਨੇ ਤਕੜਾ ਘੋਲ ਨਹੀਂ ਪਜੈਂਟਰੀ ਲਈ ਲੜ ਸਕਦੇ। ਪਜੈਂਟਰੀ ਦੇ ਹੱਕਾਂ ਦੇ ਲਈ ਲੜਨ ਦੀ ਇੱਕੋ ਹੀ ਰਾਹ ਆ ਵੀ ਪਜੈਂਟਰੀ ਨੂੰ ਇਨਵੋਲਵ ਕੀਤਾ ਜਾਵੇ, ਜੱਟਾਂ ਨੂੰ ਇਨਵੋਲਵ ਕੀਤਾ ਜਾਵੇ ਔਰ ਉਹਨਾਂ ਨੂੰ ਹਥਿਆਰਬੰਦ ਕੀਤਾ ਜਾਵੇ। ਇਹ ਹੋਇਆ ਜਾ ਕੇ। ਸੋ ਉੱਥੇ ਨਾਲ ਕੀ ਹੋਇਆ, ਮਾਸ ਲੈਵਲ 'ਤੇ ਉਹਨੇ ਕੰਮ ਕੀਤਾ ਔਰ ਉਹਨੇ ਫਿਰ ਵੱਡੇ ਪੈਮਾਨੇ ਦੇ ਉੱਤੇ ਜੱਟਾਂ ਦੀ ਐਂਟਰੀ ਹੁੰਦੀ ਹੈ ਵਿੱਚ। ਉਸ ਵੇਲੇ ਤੁਸੀਂ ਦੇਖੋ ਆ ਕੇ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ, ਜੇ ਮੈਂ ਇਹ ਕਹਾਂ ਤਾਂ ਕੋਈ ਜ਼ਿਆਦਤੀ ਨਹੀਂ ਹੋਊਗੀ ਵੀ ਮੂਵਮੈਂਟ ਤਕਰੀਬਨ ਸਾਰੀ ਜੱਟਾਂ ਦੇ ਹੱਥ 'ਚ ਆ ਗਈ। ਹੇਠਲੀ ਮੂਵਮੈਂਟ ਜਿਹੜੇ ਹੇਠਾਂ ਆਰਗੇਨਾਈਜ਼ਰ ਸੀ, ਖੇਤੀ ਕਰਨ ਵਾਲੇ, ਹਾਂ ਖੇਤੀ ਕਰਨ ਵਾਲੇ, ਪਜੈਂਟਰੀ ਕਹਿ ਲਓ, ਜੱਟ ਕਹਿ ਲਓ, ਕੁਛ ਕਹਿ ਲਓ ਜਾ ਕੇ, ਨੌ ਕੁਛ ਵੀ ਦੇ ਲਓ, ਉਹ ਜਿਹੜੀ ਆ ਉਹਨਾਂ ਦੇ ਹੱਥਾਂ ਦੇ ਵਿੱਚ ਆ ਜਾਂਦੀ ਹੈ ਜੀ। ਉਹ ਫਿਰ ਉਹਨਾਂ ਦੇ ਨਾਲ ਜਿਸ ਵੇਲੇ ਕੰਮ ਕਰਦੇ ਆ, ਫਿਰ ਉਹਨੇ ਹੁਣ ਕਿਹਾ ਵੀ ਇੱਥੇ ਇੱਕ ਉੱਦਾਂ ਦੀ ਆਰਗੇਨਾਈਜੇਸ਼ਨ ਦੀ ਲੋੜ ਹੈਗੀ ਆ ਜਿਹੜਾ ਇੱਕ ਤਾਂ ਸਾਰਿਆਂ ਵਰਗਾਂ ਲਈ ਖੁੱਲ੍ਹੀ ਹੋਵੇ, ਸਾਰਿਆਂ ਵਰਗ, ਕੋਈ ਵੀ ਆ ਸਕਦਾ, ਕੋਈ ਵੀ ਜਿਹੜਾ ਹੈਗਾ ਇਹ 'ਚ ਦਾਖਲ ਹੋਵੇ ਔਰ ਨਾਲ ਉਹ ਇਹਨਾਂ ਅਸੂਲਾਂ ਦਾ ਪਾਬੰਦ ਹੋਵੇ, ਇਹਨਾਂ ਸ਼ਰਤਾਂ ਦੇ। ਇੱਦਾਂ ਦੀ ਆਰਗੇਨਾਈਜੇਸ਼ਨ ਦੀ ਲੋੜ ਹੈ। ਫਿਰ ਉਹਨੇ 1699 ਦੇ ਵਿੱਚ ਕਾਲ ਦਿੱਤੀ ਜਾ ਕੇ ਵੀ ਸਾਰੇ ਜਿਹੜੇ ਹੈਗੇ ਆ ਪਹੁੰਚੋ ਉੱਥੇ ਜਾ ਕੇ ਜੀ, ਉੱਥੇ ਜਾ ਕੇ ਪਹੁੰਚੋ ਜਾ ਕੇ 1699 ਦੀ ਵਿਸਾਖੀ ਦੇ ਉੱਤੇ ਬਹੁਤ ਵੱਡਾ ਇਕੱਠ ਹੋਇਆ
ਬਹੁਤ ਵੱਡਾ ਇਕੱਠ ਇੱਥੇ ਤੱਕ ਇਕੱਠ ਹੋਇਆ ਪਈ 80,000 ਦੇ ਕਰੀਬ ਕਹਿੰਦੇ ਆ ਜੀ ਉੱਥੇ ਬੰਦਾ ਜਿਹੜਾ ਪਹੁੰਚਿਆ ਜਾ। ਉਦੋਂ 10ਵੇਂ ਪਾਤਸ਼ਾਹ ਦੀ ਕਿੰਨੀ ਕੁ ਉਮਰ ਹੋਈ? ਉਹਨਾਂ ਦੀ ਉਮਰ ਤੁਸੀਂ ਦੇਖ ਲਓ 66 ਤੋਂ ਲੈ ਕੇ 99 ਤੱਕ 33 ਸਾਲ ਹੋ ਗਏ। 33 ਸਾਲ ਦੀ ਆ। ਹਾਂ 33 ਸਾਲ ਦੀ ਉਮਰ ਪ੍ਰਾਈਮ ਏਜ ਸੀਗੇ। ਹਾਂ ਪ੍ਰਾਈਮ ਏਜ ਸੀ ਉਸ ਵੇਲੇ। ਔਰ ਉਹ ਤੋਂ ਪਹਿਲਾਂ ਜੇ ਆਪਾਂ ਦੇਖੀਏ ਉਹ 2 ਲੜਾਈਆਂ ਭੰਗਾਣੀ ਦੇ ਯੁੱਧ ਤੇ ਨਦੌਨ ਦਾ ਯੁੱਧ ਲੜ ਚੁੱਕੇ ਇਹ ਲੜ ਚੁੱਕੇ ਸੀ। ਔਰ ਫਿਰ ਉਹਨੇ ਦੇਖ ਲਿਆ। ਹੁਣ ਉਸ ਵੇਲੇ ਇੱਕ ਹੋਰ ਵੀ ਗੱਲ ਸੀ, ਉਹਦੇ ਵਿੱਚ ਉਹਨੇ ਪਹਾੜੀ ਰਾਜਿਆਂ ਦੇ ਨਾਲ ਇਕੱਠਾ ਸਾਂਝਾ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਮੁਗਲਾਂ ਦੇ ਖਿਲਾਫ, ਇਕੱਠੇ ਹੋਈਏ। ਪਰ ਉਹ ਜਿੱਦਾਂ ਦੀ ਰਿਸਪੌਂਸ ਚਾਹੁੰਦੇ ਸੀ ਉਹ ਮਿਲੀ ਨਹੀਂ ਉਹਨਾਂ ਨੂੰ ਜਾ ਕੇ। ਉਹ ਕਿਉਂਕਿ ਪਹਾੜੀ ਰਾਜਿਆਂ ਦਾ ਮਕਸਦ ਹੋਰ ਸੀ, ਗੁਰੂ ਸਾਹਿਬ ਦਾ ਮਕਸਦ ਹੋਰ ਸੀਗਾ। ਪਹਾੜੀ ਰਾਜਿਆਂ ਨੇ ਤਾਂ ਗੁਰੂ ਸਾਹਿਬ ਨੇ ਇੱਕ ਵਾਰੀ ਆਫਰ ਕੀਤੀ ਸੀ ਵੀ ਇਹਨਾਂ ਦਾ ਸਾਥ ਛੱਡ ਦੇ, ਆ ਜਿਹੜੇ ਹੇਠਾਂ ਨੂੰ ਲਈ ਫਿਰਦੇ ਆ ਜਾ ਕੇ ਤੁਸੀਂ ਵੀ ਉੱਚ ਜਾਤੀ ਦੇ ਬੰਦੇ ਹੈਗੇ, ਅਸੀਂ ਵੀ ਉੱਚ ਜਾਤੀ ਦੇ, ਇਕੱਠੇ ਹੋ ਕੇ ਜਾ ਕੇ ਰਾਜ ਕਰੀਏ। ਤਾਂ ਉੱਥੇ ਫਿਰ ਉਹਨੇ ਕਿਹਾ ਵੀ ਨਹੀਂ, ਇਹ ਇਨਹੀਂ ਕੀ ਕਿਰਪਾ ਸੇ ਸਜੇ ਹਮ ਪੇ, ਮੈਂ ਤਾਂ ਇਹਨਾਂ ਦਾ ਸਾਥ ਨਹੀਂ ਛੱਡਣਾ। ਉਹ ਕੌਣ ਸਾਹਿਬ, ਇੱਕ ਮੈਂ ਦੱਸ ਦਿਆਂ, ਇਹ ਹੁਣ ਦੇ ਜੱਟਾਂ ਨੂੰ ਚੰਗਾ ਲੱਗੇ ਜਾਂ ਨਾ ਚੰਗਾ ਲੱਗੇ ਜਾ ਕੇ, ਉਸ ਵੇਲੇ ਜੱਟ ਬਹੁਤ ਹੇਠਲੀ ਕਲਾਸ ਗਿਣੀ ਜਾਂਦੀ ਹੁੰਦੀ ਸੀ। ਹਾਂ ਉਹ ਐਵੇਂ ਹੀ ਹੁੰਦੇ ਸੀ ਮਜ਼ਾਰੇ, ਐਵੇਂ ਜਿਹੜੀ ਆ ਉਹਨਾਂ ਨੂੰ। ਇਸ ਕਰਕੇ ਇਹਨਾਂ ਨੂੰ ਸਮਝਿਆ ਜਾਂਦਾ ਸੀ ਐਵੇਂ ਡਿਸਕਾਰਡਡ ਪੀਪਲ। ਉਹ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਹੱਥ ਇਨਹੀਂ ਕੀ ਕਿਰਪਾ ਸੇ ਸਾਹਿਬ ਕਹਿੰਦੇ, ਇਹਨਾਂ ਕਰਕੇ ਹੀ ਅਸੀਂ ਜਾ ਕੇ ਉਹ ਫਿਰ ਉਹਨੇ ਇਕੱਠੇ ਕੀਤੇ ਜੀ। 80,000 ਦੇ ਕਰੀਬ ਬੰਦਾ ਉੱਥੇ ਪਹੁੰਚਿਆ। ਔਰ ਉਹਦੇ ਵਿੱਚ ਜਿਹੜਾ ਉਸ ਵੇਲੇ ਮੁਗਲਾਂ ਦਾ ਰਾਈਟਰ ਆ ਜੀ, ਜਿਹੜਾ ਮੁਗਲਾਂ ਦਾ ਉਸ ਵੇਲੇ ਰਾਈਟਰ ਸ਼ਾਇਦ ਮੋਹਿਉਦੀਨ ਉਹਦਾ ਨਾਂ ਸੀ, ਉਹ ਮੋਹਿਉਦੀਨ ਨੇ ਸੈਂਟਰਲ ਗੌਰਮੈਂਟ ਨੂੰ, ਦਿੱਲੀ ਦੀ ਸਰਕਾਰ ਨੂੰ ਜਿਹੜੀ ਆਪਣੀ ਰਿਪੋਰਟ ਭੇਜੀ ਆ, ਉਹਦੇ ਵਿੱਚ ਉਹਨੇ ਕਿਹਾ ਵੀ 20,000 ਬੰਦੇ ਨੇ ਅੰਮ੍ਰਿਤ ਛਕਿਆ ਉੱਥੇ। 20,000 ਬੰਦੇ ਨੇ। ਤੁਸੀਂ ਦੇਖੋ 20,000 ਬੰਦੇ ਨੇ ਅੰਮ੍ਰਿਤ ਛਕਣ ਦਾ ਮਤਲਬ ਸੀ 20,000 ਬੰਦੇ ਨੇ ਹਥਿਆਰ ਚੱਕੇ ਉੱਥੇ, ਤਲਵਾਰ ਚੱਕੀ ਜਾ ਕੇ ਵੀ ਅਸੀਂ ਇਹ ਜਿਹੜਾ ਸੀਗਾ ਇਹ ਸੰਘਰਸ਼ ਕਰਨਾ ਅਸੀਂ ਜਾ ਕੇ, ਔਰ ਇਹ ਲੜਾਈ ਲੜਨੀ ਹੈਗੀ ਜਾ ਕੇ ਉੱਥੇ ਕੀਤਾ। ਕਿਉਂਕਿ ਉਹਨੇ ਇਹ ਦੇਖਿਆ ਵੀ ਉਹ ਜਿਹੜਾ ਸਾਹਿਬ ਇੱਕ ਦੇਖਣ ਵਾਲੀ ਗੱਲ ਆ ਵੀ ਉਸ ਵੇਲੇ ਜਿਹਨੂੰ ਕਈ ਵਾਰ ਆਪਾਂ ਇੱਦਾਂ ਇਹ ਕਹਿ ਦਿੰਦੇ ਹਾਂ ਜਾ ਕੇ ਵੀ ਨਹੀਂ ਜੀ ਇਹ ਤਾਂ ਇੱਕ ਨਵਾਂ ਹੀ ਰਸਤਾ ਸਿੱਖਾਂ ਨੂੰ ਦੇ ਦਿੱਤਾ ਜਾ ਕੇ, ਉਹ ਪਹਿਲਾਂ ਤਾਂ ਇਹ ਰਸਤਾ ਹੈ ਹੀ ਨਹੀਂ ਸੀ ਜਾ ਕੇ। ਇਹਦੇ 'ਤੇ ਵੀ ਮੈਂ ਥੋੜ੍ਹਾ ਜਿਹਾ ਕਹਿਣਾ ਚਾਹੁੰਦਾ ਜਾ ਕੇ ਜੀ ਵੀ ਇਹ ਨਵਾਂ ਰਸਤਾ ਨਹੀਂ ਕਹਿ ਸਕਦੇ। ਇੱਕ ਤਾਂ ਕਈ ਨੌਨ ਸਿੱਖ ਰਾਈਟਰ ਹਿਸਟਰੀ ਦੇ ਉਹ ਇਹ ਕਹਿੰਦੇ ਹੈ ਵੀ ਇਹ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਨਵੀਂ ਪਾਲਿਸੀ ਸੀ, ਨਵੀਂ ਪਾਲਿਸੀ। ਪਰ ਇਹ ਮੈਂ ਇਹਨੂੰ ਨਵੀਂ ਪਾਲਿਸੀ ਨਹੀਂ ਸਮਝਦਾ ਜੀ। ਹੋਰ ਵੀ ਕਈ ਹੈਗੇ ਜਿਹੜੇ ਨਵੀਂ ਪਾਲਿਸੀ ਨਹੀਂ ਸਮਝਦੇ। ਹੁਣ ਜੇ ਅਸੀਂ ਸਿੱਖ ਹਿਸਟਰੀ ਨੂੰ ਪਹਿਲਾਂ ਤੋਂ ਦੇਖੀਏ ਨਾ ਜੀ, ਤਾਂ ਪਹਿਲਾਂ ਤੋਂ ਦੇਖੀਏ ਤਾਂ ਉਸ ਵੇਲੇ ਤੋਂ ਹੀ ਮੈਂ ਸਮਝਦਾ ਜੇ ਖਾਲਸੇ ਦਾ ਓਰੀਜਨ ਉੱਥੋਂ ਹੀ ਹੋ ਗਿਆ, ਮੈਂ ਸਮਝਦਾ। ਦੱਸੋ ਕਿੱਦਾਂ ਹੋਇਆ ਜਾ ਕੇ। ਹੁਣ ਪਹਿਲੇ ਗੁਰੂ ਸਾਹਿਬ ਜਿਸ ਵੇਲੇ ਹੋਏ, ਉਹਨੇ ਉਸ ਵੇਲੇ ਜਿਹੜਾ ਹੈਗਾ ਉਹਨੇ ਜ਼ੁਲਮ ਦੇ ਨਾਲ ਸਮਝੌਤਾ ਨਹੀਂ ਕੀਤਾ। ਪਹਿਲੇ ਗੁਰੂ ਸਾਹਿਬ ਨੇ ਵੀ ਪਹਿਲੇ ਤੋਂ ਜਾ ਕੇ ਜਿੰਨੀ ਉਹਨਾਂ ਦੀ ਸਮਰੱਥਾ ਸੀ ਉਹਦੇ ਮੁਤਾਬਕ ਉਹਨੂੰ ਚੈਲੰਜ ਕੀਤਾ। ਬਾਬਰ ਨੂੰ ਵੀ ਚੈਲੰਜ ਕੀਤਾ ਉਹਨੇ, ਔਰ ਉਸ ਸਮੇਂ ਦੇ ਹਾਕਮਾਂ ਨੂੰ ਵੀ ਚੈਲੰਜ ਕੀਤਾ। ਇੱਥੇ ਰਾਜੇਸ਼ੀ ਮੁਕੱਦਮ ਕੁੱਤ ਉਹਨਾਂ ਦੀ ਬਾਣੀ ਦੇ ਵਿੱਚੋਂ ਸਾਫ਼ ਸਾਨੂੰ ਇੱਕ ਮਿਲਦਾ ਵੀ ਉਹਨੇ ਜਿਹੜਾ ਹੈਗਾ ਜ਼ੁਲਮ ਦੇ ਨਾਲ, ਜ਼ਾਲਮ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਉਹਨੂੰ ਚੈਲੰਜ ਕੀਤਾ ਜਾ ਕੇ। ਔਰ ਹੁਣ ਤੁਸੀਂ ਕੋਈ ਬੰਦਾ ਇਹ ਜੇ ਕਹਿ ਸਕਦਾ ਵੀ ਉੱਥੋਂ ਤਲਵਾਰ ਚੱਕਣ ਦੀ, ਇਹ ਦੇਖੋ ਹਰ ਗੱਲ ਜਿਹੜੀ ਹੈਗੀ ਆ ਉਹ ਸਿਚੁਏਸ਼ਨ ਦੇ ਉੱਤੇ ਨਿਰਭਰ ਕਰਦੀ ਹੈ ਜਾ ਕੇ। ਉਹ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਤੁਹਾਨੂੰ ਬਣਾਉਂਦੀ ਆ ਵੀ ਤੁਸੀਂ ਕਿੱਦਾਂ ਦੇ ਸਟੈਂਡ ਲੈਣਾ, ਕੀ ਕਰਨਾ ਤੁਸੀਂ। ਸੋ ਉਹਨੂੰ ਚੈਲੰਜ ਕੀਤਾ ਜੀ, ਜ਼ੁਲਮ ਦੇ ਖਿਲਾਫ ਲੜਨਾ। ਹਾਂ, ਤੇ ਕਈ ਜ਼ਿੰਦਗੀ ਦੀਆਂ ਜਿਹੜੀਆਂ ਇਹੋ ਜਿਹੇ ਅਸੂਲ ਦੇਣੇ ਜਿਹਦੇ ਨਾਲ ਬੈਟਰ ਜ਼ਿੰਦਗੀ ਜਿਉਂ ਜਾ, ਬੈਟਰ ਜ਼ਿੰਦਗੀ, ਇਮਾਨਦਾਰੀ ਜ਼ਿੰਦਗੀ ਉਹਦੇ 'ਤੇ ਕੀਤਾ। ਸੋ ਉਹ ਜਿਹੜੇ ਜੋ ਗੁਰੂ ਸਾਹਿਬ ਨੇ, ਪਹਿਲੇ ਗੁਰੂ ਸਾਹਿਬ ਨੇ ਸਿਧਾਂਤ ਦਿੱਤੇ, ਉਹ ਅੱਗੇ ਲੈ ਆਓ ਹੁਣ ਜਾ ਕੇ। ਹੁਣ ਜਿਸ ਵੇਲੇ ਸੈਕੰਡ ਗੁਰੂ ਸਾਹਿਬ ਦੇ ਕੋਲ ਜਿਸ ਵੇਲੇ ਹਮਾਯੂੰ ਆਉਂਦਾ, ਹਮਾਯੂੰ ਆ ਕੇ ਜਾ ਕੇ ਤੇ ਉਹ ਉਸ ਵੇਲੇ ਉਹ ਕਹਿੰਦੇ, ਕੋਈ ਕਹਿੰਦੇ ਬੱਚਿਆਂ ਦੇ ਘੋਲ ਦੇਖ ਰਹੇ ਸੀ, ਕਈ ਕਹਿੰਦੇ ਉਹ ਆਪਣੇ ਪੂਜਾ ਪਾਠ 'ਚ ਸੀਗੇ। ਤਾਂ ਹਮਾਯੂੰ ਨੂੰ ਉਹਨੇ ਅਟੈਂਡ ਨਹੀਂ ਕੀਤਾ। ਜਿਸ ਵੇਲੇ ਹਮਾਯੂੰ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਜਾਂਦਾ ਇੱਧਰ ਨੂੰ, ਉਸ ਵੇਲੇ ਅਟੈਂਡ ਨਹੀਂ ਕੀਤਾ। ਤਾਂ ਉਹਨੂੰ ਗੁੱਸਾ ਬਹੁਤ ਆ ਗਿਆ ਜੀ, ਤਾਂ ਉਹ ਤਲਵਾਰ ਕੱਢ ਲਈ ਹਮਾਯੂੰ ਨੇ। ਤਾਂ ਜਿਸ ਵੇਲੇ ਤਲਵਾਰ ਕੱਢੀ ਤਾਂ ਹਮਾਯੂੰ, ਗੁਰੂ ਸਾਹਿਬ ਉਹਨੂੰ ਕਹਿੰਦੇ ਆ ਵੀ ਤੈਨੂੰ ਜਿੱਥੇ ਤਲਵਾਰ ਕੱਢਣ ਦੀ ਲੋੜ ਸੀ ਉੱਥੇ ਤਾਂ ਤਲਵਾਰ ਕੱਢੀ ਨਹੀਂ ਹੈ, ਉੱਥੇ ਤਾਂ ਤੂੰ ਤਲਵਾਰ ਨੂੰ ਮਿਆਨ ਵਿੱਚ ਪਾ ਕੇ ਆ ਗਿਆ। ਜਿੱਥੇ ਹੁਣ ਇੱਥੇ ਸਪਿਰਿਚੁਅਲ ਬੰਦਿਆਂ ਦੇ ਕੋਲ ਆ ਕੇ ਬੈਠ ਕੇ ਤੈਨੂੰ ਜਿਹੜੀ ਡਿਸਕਸ਼ਨ ਵਾਲੀ ਗੱਲ ਹੈਗੀ, ਉੱਥੇ ਤੂੰ ਤਲਵਾਰ ਕੱਢਦਾ। ਉਸ ਵੇਲੇ ਵੀ ਉਹਨੂੰ ਚੈਲੰਜ ਕੀਤਾ। ਇਹ ਨਹੀਂ ਵੀ ਹਿੰਦੁਸਤਾਨ ਦਾ ਇਹ ਬਾਦਸ਼ਾਹ ਹੈ, ਹੁਣ ਮੈਂ ਜਾ ਕੇ ਇਹਦੇ ਮੂਹਰੇ ਇਹੀ ਕਰਨ, ਉਹ ਇੱਦਾਂ ਨਹੀਂ ਕੀਤਾ ਜਾ ਕੇ। ਉਸ ਵੇਲੇ ਉਹਨੂੰ ਵੀ ਚੈਲੰਜ ਕਰਦੀ ਹੈ। ਤੀਜੇ ਗੁਰੂ ਸਾਹਿਬ ਦੇ ਵਿੱਚ ਵੀ ਜਿਸ ਵੇਲੇ ਉੱਥੋਂ
ਅਕਬਰ ਆਉਂਦਾ ਆ, ਅਕਬਰ ਕਹਿੰਦਾ ਮੈਂ ਮੁਲਾਕਾਤ ਕਰਨੀ ਹੈ, ਤਾਂ ਉਹ ਅਕਬਰ ਨੂੰ ਵੀ ਇਹ ਕਹਿੰਦੇ ਨੋ ਪਹਿਲਾਂ ਉੱਥੇ ਲੰਗਰ ਛਕ, ਠੀਕ ਹੈ ਨਾ। ਉਸ ਵੇਲੇ ਉੱਥੇ ਆ ਪਹਿਲੇ ਪੰਗਤ ਫਿਰ ਸੰਗਤ, ਫਿਰ ਤੇਰੇ ਨਾਲ ਗੱਲਬਾਤ ਹੋਊਗੀ। ਸੋ ਉਸ ਵੇਲੇ ਉਹਨੇ ਵੀ ਕੀਤਾ। ਚੌਥੇ ਫਿਰ ਪੰਜਵੇਂ ਗੁਰੂ ਸਾਹਿਬ ਨੇ ਤਾਂ ਬਿਲਕੁਲ ਤੁਸੀਂ ਦੇਖੋ ਜਾ ਕੇ ਉਹਨਾਂ ਦਾ ਜਿਹੜਾ ਹੈਗਾ ਆ, ਉਹਨੇ ਉਹ ਹਰ ਗੱਲ ਨੂੰ ਉਹਨਾਂ ਦੇ ਨੂੰ ਚੈਲੰਜ ਕੀਤਾ। ਛੇਵੇਂ ਗੁਰੂ ਸਾਹਿਬ ਨੇ ਤਾਂ ਬਿਲਕੁਲ ਫਿਰ ਤਲਵਾਰ ਚੱਕੇ ਹੀ ਲਈ ਜਾ ਕੇ, ਜਿਹੜੀ ਹੈਗੀ ਚੱਕੇ ਹੀ ਹੈਗੀ, ਹਾਂਜੀ ਉਹ ਕੀਤੇ ਜਾ ਕੇ ਮੀਰੀ ਤੇ ਪੀਰੀ ਦੋ। ਹੁਣ ਮੀਰੀ ਪੀਰੀ ਜਿਹੜੀ ਆ ਇਹ ਸਹੀ ਮਾਇਨੇ 'ਚ ਖਾਲਸਾ ਹੀ ਆ, ਕਿਉਂਕਿ ਉਹਦਾ ਮਤਲਬ ਕੀ ਆ ਵੀ ਸਪਿਰਿਚੁਅਲ ਵੀ ਆ ਤੇ ਜਿਹੜੀ ਆਪਣੇ ਫਾਈਟਿੰਗ ਵੀ ਹੈ, ਜਾ ਕੇ ਸੰਤ ਵੀ ਆ, ਸਿਪਾਹੀ ਵੀ ਹੈ। ਇਹ ਦੋਨੋਂ ਚੀਜ਼ਾਂ ਹੈ ਉਹ ਉੱਥੋਂ ਉਹਨੇ ਜਾ ਕੇ ਹੋਈਆਂ। ਕਿਉਂ? ਸਮਾਂ ਬਦਲੀ ਜਾਂਦਾ ਜੀ, ਜਿੱਦਾਂ ਜਿੱਦਾਂ ਸਮਾਂ ਬਦਲੀ ਜਾਂਦਾ ਉੱਦਾਂ ਜਿਹੜੀ ਆ ਸਿੱਖ ਮੂਵਮੈਂਟ ਦਾ ਜਿਹੜਾ ਹੈਗਾ ਆ ਰੋਲ ਬਦਲੀ ਜਾਂਦਾ। ਹੁਣ ਇਹਦੇ ਤੇ ਮੈਂ ਰਿਕਮੈਂਡ ਕਰੂੰਗਾ, ਇੰਦੂ ਭੂਸ਼ਣ ਬੈਨਰਜੀ ਨੇ 2 ਵੋਲੀਅਮ ਲਿਖੇ ਆ। ਉਹ ਕਿਤਾਬ ਦਾ ਨਾਮ ਹੈਗਾ ਐਵੋਲੂਸ਼ਨ ਆਫ ਖਾਲਸਾ। ਐਵੋਲੂਸ਼ਨ ਆਫ ਖਾਲਸਾ ਪਾਰਟ 1, ਐਵੋਲੂਸ਼ਨ ਆਫ ਖਾਲਸਾ ਪਾਰਟ 2। ਉਹ ਦੋਨੋਂ ਵੋਲੀਅਮ ਪੜ੍ਹਨ ਵਾਲੇ। ਉਹ 'ਚ ਫਿਰ ਪਤਾ ਲੱਗਦਾ ਵੀ ਇਹ ਕਿੱਦਾਂ ਇਵੋਲਵ ਹੋਇਆ ਖਾਲਸਾ, ਹੌਲੀ ਹੌਲੀ ਕਿੱਦਾਂ ਇਵੋਲਵ ਹੋਇਆ। ਅੱਜ ਦਾ ਮੈਂ ਦੱਸ ਰਿਹਾ ਨਾ, ਇਸ ਹਿਸਾਬ ਨਾਲ ਫਿਰ ਅੱਗੇ ਆ ਜਾਂਦੇ ਆ। 7ਵੇਂ ਅਜੇ ਜਿਹੜੇ ਗੁਰੂ ਸਾਹਿਬ ਸੀ ਉਹਦੀ ਫੌਜ ਰੱਖੀ ਥੋੜ੍ਹੀ ਜਿਹੀ, ਪਰ ਨਹੀਂ 8ਵੇਂ ਦੇ ਹਾਲਾਤ ਵੀ ਹੋਰੇ ਤਰ੍ਹਾਂ ਸੇ। ਅੱਛਾ 9ਵੇਂ ਗੁਰੂ ਸਾਹਿਬ ਦਾ ਤੁਸੀਂ ਦੇਖੋ, ਹੁਣ 9ਵੇਂ ਗੁਰੂ ਸਾਹਿਬ ਨੇ ਵੀ ਜਿਹੜਾ ਜ਼ੁਲਮ ਹੁੰਦਾ ਸੀ ਉਹਦਾ ਟਾਕਰਾ ਕੀਤਾ। ਉਹਨੇ ਟਾਕਰਾ ਆਪਣੇ ਹਿਸਾਬ ਨਾਲ ਟਾਕਰਾ ਉੱਥੇ ਕੀਤਾ ਜਾ ਕੇ ਵੀ ਮੈਂ ਆਪਣੀ ਕੁਰਬਾਨੀ ਦੇ ਦੇਣੀ ਆ, ਪਰ ਮੈਂ ਇਹਦੇ ਨਾਲ ਸਹਿਮਤ ਨਹੀਂ ਹੋਣਾ। ਬਿਲਕੁਲ ਠੀਕ ਹੈ, ਇਹਨੂੰ ਇਸ ਜ਼ਬਰ ਨੂੰ ਮੈਂ ਰੋਕਣਾ ਜ਼ਰੂਰ ਹੈ ਜਾ ਕੇ। ਅੱਛਾ ਉਹਦੇ ਉੱਤੇ ਜਾ ਕੇ ਇੱਕ ਬੜੀ ਕੰਟਰੋਵਰਸ਼ੀਅਲ ਗੱਲ ਰਹੀ ਹੈ ਪਹਿਲਾਂ, ਕਿ ਕੁਛ ਇਤਿਹਾਸਕਾਰਾਂ ਨੇ ਇਹਦੇ 'ਤੇ ਲਿਖਤਾ ਸੀ ਵੀ ਜਿਹੜੀ ਪੈਜ਼ੈਂਟ ਰਿਵੋਲਟ ਹੋਇਆ ਬਾਅਦ ਦੇ ਵਿੱਚ, ਪੈਜ਼ੈਂਟ ਰਿਵੋਲਟ ਨੂੰ ਕਹਿੰਦੇ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਸ਼ੁਰੂ ਕੀਤਾ ਸੀਗਾ ਇੱਕ ਇਲਾਕੇ ਵਿੱਚ। ਉਹ ਚਾਹੇ ਫਿਰ ਸਿੱਖਾਂ ਦੇ ਵਿੱਚ ਬੜਾ ਵਿਰੋਧ ਹੋਇਆ ਸੀ ਇਸ ਗੱਲ ਦੇ ਉੱਤੇ ਕੀਤਾ ਸੀਗਾ, ਪਰ ਇਹ ਗੱਲ ਹੋਈ ਸੀਗੀ ਜਾ ਕੇ। ਸੋ ਇਸ ਕਰਕੇ ਉਹ ਸੀ ਜਾਂ ਨਾ ਸੀ ਮੈਂ ਤਾਂ ਇਹਦੇ ਵਿੱਚ ਨਹੀਂ ਪੈਂਦਾ ਹੈ, ਪਰ ਇਹ ਗੱਲ ਚੱਲੀ ਜ਼ਰੂਰ ਸੀਗੀ ਜਾ ਕੇ ਵੀ ਉਹਦੇ ਬੇਸਿਸ ਉੱਥੇ ਰੱਖ ਹੋ ਗਏ ਸੀ। ਖੈਰ ਇਹ ਨਹੀਂ ਵੇ ਅੱਗੇ, ਫਿਰ ਅੱਗੇ ਆ ਜਾਓ ਜਾ ਕੇ। ਸੋ ਜੇ ਆਪਾਂ ਪਿੱਛੋਂ ਦੇਖੀਏ ਤਾਂ ਪਿੱਛੋਂ ਦੇਖੀਏ ਇਹ ਨਵੀਂ ਗੱਲ ਨਹੀਂ ਹੈ। ਗੁਰੂ ਸਾਹਿਬ ਨੂੰ ਇਸ ਗੱਲ ਦਾ ਪਤਾ ਸੀ। ਹੁਣ ਜਿਹੜੀ ਜੱਟਾਂ ਦੀ ਐਂਟਰੀ ਆਪਾਂ ਕਹਿੰਦੇ ਹਾਂ, ਜੱਟਾਂ ਦੀ ਐਂਟਰੀ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਮਾਝੇ ਦੇ ਵਿੱਚ ਪ੍ਰਚਾਰ ਕੀਤਾ, ਉਸ ਵੇਲੇ ਜੱਟਾਂ ਦੀ ਐਂਟਰੀ ਸ਼ੁਰੂ ਹੋ ਗਈ ਸੀ। ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਸ ਵੇਲੇ ਲੋੜ ਪਈ ਫੌਜ ਦੀ, ਤਾਂ ਫੌਜ ਦੇ ਟੈਂਪਰਾਮੈਂਟ ਨੂੰ ਸਭ ਤੋਂ ਵੱਧ ਜੇ ਸੂਟ ਕਰਦਾ ਸੀ ਤਾਂ ਉਹ ਜੱਟ ਕਮਿਊਨਿਟੀ ਕਰਦੀ ਸੀ। ਇਹ ਜਿਹੜੀ ਸੀਗੀ ਇਹ ਰਿਲੇਟਿਵਲੀ ਬਾਕੀ ਕਮਿਊਨਿਟੀਆਂ ਨਾਲੋਂ ਫਾਈਟਰ ਕਿਸਮ ਦੇ ਸੀਗੇ ਜਾ ਕੇ। ਇਹ ਲੜਦੇ ਝਗੜੇ ਸੀ, ਸਰੀਰਕ ਤੌਰ ਤੇ ਵੀ ਤਕੜੇ ਸੀਗੇ, ਮਾਨਸਿਕ ਤੌਰ ਤੇ ਵੀ ਲੜਾਈ ਨੂੰ ਪਾਪ ਨਾ ਸੀ ਸਮਝਦੇ। ਠੀਕ ਹੈ, ਆਮ ਆਪਸ ਵਿੱਚ ਵੀ ਲੜਦੇ ਝਗੜੇ ਜਾ ਕੇ ਪਿੰਡਾਂ ਵਿੱਚ ਹੁੰਦੀਆਂ ਰਹਿੰਦੀਆਂ ਸੀ ਲੜਾਈਆਂ ਜਾ ਕੇ। ਸੋ ਉਹਦੇ ਲਈ ਸੂਟ ਜ਼ਿਆਦਾ ਕਰਦੇ ਸੀ। ਸੋ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਫੌਜ ਦੇ ਵਿੱਚ ਜਿਹੜਾ ਬੜਾ ਹਿੱਸਾ ਸੀਗਾ ਉਹ ਜੱਟਾਂ ਦਾ ਹੀ ਸੀਗਾ ਜੀ। ਉਹ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਟਾਈਮ ਆ ਗਿਆ। ਹੁਣ ਇੱਥੇ ਖਾਲਸੇ ਦੇ ਆਪਾਂ ਇੱਥੇ ਆਏ ਹੋਏ ਹਾਂ ਜਿਹੜੇ ਉਹਦੇ 'ਚ ਹੁਣ ਅਸੀਂ ਦੇਖਦੇ ਹਾਂ ਜਾ ਕੇ ਵੀ ਗੁਰੂ ਸਾਹਿਬ ਦਾ ਫਿਰ ਅਸਲ ਮਕਸਦ ਕੀ ਸੀ, ਖਾਲਸੇ ਨੂੰ ਕ੍ਰੀਏਟ ਕਰਨ ਦੇ ਲਈ ਅਸਲ ਮਕਸਦ ਕੀ ਸੀ। ਹੁਣ ਤੁਸੀਂ ਦੇਖੋ ਇਹ ਚਾਹੇ ਬਾਅਦ ਦੇ ਇਹਨਾਂ ਦਾ ਸਾਰਾ ਹੀ ਹੁਣ ਤੱਕ ਇਹ ਦੱਸਿਆ ਜਾਏ ਜੀ ਅਸਲ ਮਕਸਦ ਮੁਸਲਮਾਨਾਂ ਨਾਲ ਲੜਨਾ ਸੀ। ਇਹੀ ਸਾਰਾ ਦੱਸਿਆ ਜਾਂਦਾ ਰਿਹਾ, ਹੁਣ ਤੱਕ ਇਹੀ ਦੱਸਿਆ ਜਾਂਦਾ ਰਿਹਾ। ਅਸਲ ਮਕਸਦ ਤਾਂ ਜੀ ਇਹੀ ਸੀਗਾ। ਇਹ ਤਾਂ ਵਜ਼ੀਰ ਖਾਂ ਦੇ ਨਾਲ ਹੀ ਝਗੜਾ ਸੀ ਸਾਰਾ, ਵਜ਼ੀਰ ਖਾਂ ਕਰਕੇ ਹੀ ਸਾਰੀ ਗੁਰੂ ਸਾਹਿਬ ਦੀ ਉਮਰ ਲੱਗ ਗਈ। ਇਹ ਇੱਦਾਂ ਸਮਝ, ਬੰਦੇ ਬਹਾਦਰ ਨੂੰ ਵੀ ਵਜ਼ੀਰ ਖਾਂ ਦੇ ਲਈ ਭੇਜਿਆ ਗਿਆ। ਇੱਦਾਂ ਥਨ ਸਾਹਿਬ ਹੈ ਨਹੀਂ, ਆਪਾਂ ਕਰ ਚੁੱਕੇ ਹਾਂ, ਇਹਦੇ ਪ੍ਰੋਗਰਾਮ ਕਰ ਚੁੱਕੇ ਹਾਂ, ਇਹ ਤੇ ਡਿਟੇਲ ਤੇ ਕਰ ਚੁੱਕੇ ਹਾਂ। ਸੋ ਅਸਲ ਮਕਸਦ ਕੀ ਸੀ? ਸੋ ਜਿਹੜਾ ਅਸਲ ਮਕਸਦ ਸੀ ਉਹ ਪਹਿਲਾਂ ਆਪਾਂ ਕੀਤਾ ਵੀ ਆ, ਪਹਿਲਾਂ ਤਾਂ ਇਹ ਸੀ ਵੀ ਹਿਊਮਨ ਰਾਈਟਸ ਜਿਹੜੇ ਆ ਨਾ ਉਹ ਬਹਾਲ ਕੀਤੀ। ਹਿਊਮਨ ਰਾਈਟਸ ਹੋਣੇ ਚਾਹੀਦੇ, ਹਰ ਬੰਦੇ ਨੂੰ ਰਾਈਟ ਹੈ। ਜਿੱਦਾਂ ਅੱਜ ਦੀ ਗੱਲ ਜਿਹੜੀ ਆ ਆਪਾਂ ਉਹਦੀ ਵੀ ਗੱਲ ਕੀਤੀ ਸੀ ਵੀ ਗੁਰੂ ਸਾਹਿਬ ਨੇ 300 ਸਾਲ ਪਹਿਲਾਂ ਇਹਦੀ ਗੱਲ ਕੀਤੀ ਸੀ ਵੀ ਹਿਊਮਨ ਰਾਈਟਸ ਜਿਹੜੇ ਹੈ ਇਹ ਖਾਲਸੇ ਦੀ ਕ੍ਰੀਏਸ਼ਨ ਦਾ ਇੱਕ ਮਕਸਦ ਜਿਹੜਾ ਇਹ ਸੀਗਾ। ਦੂਜਾ ਮਕਸਦ ਇਹ ਸੀ ਵੀ ਕਿਸਾਨਾਂ ਨੂੰ ਉਹਨਾਂ ਨੂੰ ਜ਼ਮੀਨ ਮਿਲਣੀ ਚਾਹੀਦੀ ਹੈ। ਜਿਹੜਾ ਜ਼ਮੀਨ ਦੇ ਉੱਤੇ ਖੇਤੀ ਕਰਦਾ, ਇਹ ਇੱਕ ਬੜਾ ਮਕਸਦ ਸੀ ਜਿਹਨੂੰ ਪਿਕ ਨਹੀਂ ਕੀਤਾ ਜਾ ਰਿਹਾ। ਜ਼ਮੀਨ ਹਲਵਾ ਹੱਕ ਦੀ ਹੋਣੀ ਚਾਹੀਦੀ ਹੈ। ਇਹ ਖਾਲਸੇ ਦੀ ਕ੍ਰੀਏਸ਼ਨ ਦਾ ਇੱਕ ਬੜਾ ਮਕਸਦ ਸੀਗਾ ਜਿਹਨੂੰ ਆਈ ਡੋਂਟ ਨੋ ਕਿਉਂ ਨਹੀਂ ਇਹਨੂੰ ਹੁਣ ਤੱਕ ਉਭਾਰਿਆ ਗਿਆ ਇਸ ਗੱਲ ਨੂੰ ਜਾ ਕੇ। ਜਿਹੜਾ ਅਸਲ ਮਕਸਦ ਸੀਗਾ ਜਾ ਕੇ ਉਹ ਸੀਗਾ ਜਾ ਕੇ। ਹੁਣ ਸਿੰਘ ਸਾਹਿਬ ਉੱਥੇ ਜਿਹੜਾ 80,000 ਬੰਦਾ ਇਕੱਠਾ ਹੋਇਆ, 80,000 ਬੰਦਾ ਉੱਥੇ ਦੂਜੀਆਂ ਕਲਾਸਿਸ ਦਾ ਥੋੜ੍ਹਾ ਇਕੱਠਾ, ਉਹ ਤਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਦੀ ਮੈਜੋਰਟੀ ਹੋਣੀ ਸੀ ਉਹਨਾਂ ਨੇ ਹੀ ਹੋਣਾ ਸੀ। ਇਮੈਜਿਨ ਕਰੋ 80,000 ਬੰਦਾ ਉਹਨਾਂ ਦਿਨਾਂ ਦੇ ਵਿੱਚ, ਜਿਸ ਵੇਲੇ ਕਿ ਪੰਜਾਬ ਦੀ ਪਾਪੂਲੇਸ਼ਨ ਕਿੰਨੀ ਘੱਟ ਸੀਗੀ ਔਰ ਸਿੱਖਾਂ ਦੀ ਪਾਪੂਲੇਸ਼ਨ ਤਾਂ ਬਿਲਕੁਲ ਹੀ ਨਾਮਾਤਰ ਸੀਗੀ। ਹੁਣ 80,000 ਜਿਹੜਾ ਉੱਥੇ ਆਇਆ ਉਹ ਸਾਰਾ ਸਿੱਖ ਨਹੀਂ ਆਇਆ ਹੈ,
80,000 ਬੰਦਾ ਗੁਰੂ ਸਾਹਿਬ ਦਾ ਫੋਲੋਅਰ ਆਇਆ ਸੀ, ਜਿਹਦੇ ਵਿੱਚ ਆਪਣੇ ਆਪਣੇ ਧਰਮਾਂ ਨੂੰ ਵੀ ਮੰਨੀ ਜਾਂਦੇ ਸੀ, ਆਪਣੀ ਆਪਣੀ ਜਾਤਾਂ ਦੇ ਵੀ ਸੀ, ਸਾਰੇ ਹੀ ਸਾਰੇ ਉਹਦੇ ਵਿੱਚ ਆਏ ਜਾ ਕੇ। ਔਰ 20,000 ਨੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣ ਦਾ ਮਤਲਬ ਕੀ ਸੀ? 20,000 ਨੇ ਹਥਿਆਰ ਚੱਕੇ ਉਸ ਵੇਲੇ। 20,000 ਬੰਦਾ ਹਥਿਆਰਬੰਦ ਇੱਕ ਮੀਟਿੰਗ ਦੇ ਵਿੱਚ ਕੀਤਾ ਗਿਆ। ਇਹ ਛੋਟੀ ਗੱਲ ਨਹੀਂ ਹੈ। ਜਾ ਕੇ ਇੱਕ ਮੀਟਿੰਗ ਦੇ ਵਿੱਚ 20,000 ਬੰਦੇ ਨੇ ਹਥਿਆਰ ਚੱਕਣ ਦਾ ਅਜ਼ਮ ਲਿਆ, ਪ੍ਰਣ ਕੀਤਾ ਵੀ ਅਸੀਂ ਇਹ ਕਰਾਂਗੇ ਜਾ ਕੇ। ਔਰ ਉੱਥੇ ਫਿਰ ਇੱਕ ਨਾਲ ਜਿਹੜਾ ਆਪਾਂ ਕਹਿੰਦੇ ਨਹੀਂ ਵੀ ਮਾਨਸ ਕੀ ਜ਼ਾਤ ਸਭੇ ਏਕੇ ਪਹਿਚਾਣ ਦੀ, ਇਹ ਕਨਸੈਪਟ ਲੋਕਾਂ ਦੇ ਵਿੱਚ ਲਿਜਾਣ ਦਾ ਮਕਸਦ ਸੀ ਖਾਲਸੇ ਦਾ। ਖਾਲਸੇ ਦੀ ਕ੍ਰੀਏਸ਼ਨ ਕੋਈ ਸਿੱਖਾਂ ਦੇ ਨਾਲ ਇਕੱਲੀ ਤਾਲੁਕ ਨਹੀਂ ਸੀ ਰੱਖਦੇ, ਸਾਰੀ ਹਿਊਮੈਨਿਟੀ ਦੇ ਨਾਲ ਤਾਲੁਕ ਸੀ। ਇਹ ਇੱਕ ਉਹੋ ਜਿਹੀ ਆਰਗੇਨਾਈਜੇਸ਼ਨ ਉਹਨੇ ਬਣਾਈ ਜਿਹਦੇ ਵਿੱਚ ਸਾਰੇ ਆ ਸਕਦੇ ਆ। ਮਾਨਸ ਕੀ ਜ਼ਾਤ ਦੀ ਆਰਗੇਨਾਈਜੇਸ਼ਨ ਸੀਗੀ। ਸਿੰਘ ਸਾਹਿਬ ਇਹਨੂੰ ਲਿਮਿਟਡ ਨਾ ਕਰੋ ਜਾ ਕੇ ਵੀ ਇਹ ਸਿਰਫ ਜਾ ਕੇ ਜੀ ਸਿੱਖਾਂ ਦੀ ਆਰਗੇਨਾਈਜੇਸ਼ਨ। ਮਾਨਸ ਕੀ ਜ਼ਾਤ ਦੀ ਆਰਗੇਨਾਈਜੇਸ਼ਨ ਸੀ। ਸਾਰੇ ਮਨੁੱਖ ਉਹਦੇ ਵਿੱਚ ਆ ਸਕਦੇ ਆ। ਹਰ ਇੱਕ ਉਹੋ ਜਿਹੀ ਜਥੇਬੰਦੀ ਜਿਹਦੇ ਲਈ ਇਹ ਨਹੀਂ ਵੀ ਇਹਦੇ ਹਿੰਦੂ ਹੋਣਾ ਜ਼ਰੂਰੀ ਹੈ, ਇਹਦੇ ਵਿੱਚ ਮੁਸਲਮਾਨ ਹੋਣਾ ਜ਼ਰੂਰੀ ਹੈ, ਇਹਦੇ ਲਈ ਇਨਸਾਨ ਹੋਣਾ, ਇਹਦੀ ਫਲਾਨੀ ਜਾਤ ਹੋਣੀ ਜ਼ਰੂਰੀ ਹੈ। ਇਹਦੇ ਵਿੱਚ ਹਰ ਬੰਦੇ ਲਈ ਖੁੱਲ੍ਹੀ ਹੈ ਜਾ ਕੇ, ਹਰੇਕ ਬੰਦਾ ਇਹਦੇ ਵਿੱਚ ਜਾ ਕੇ ਖੁੱਲ੍ਹੀ ਆ। ਪਰ ਇਹਦੇ ਨਾਲ ਇੱਕ ਗੱਲ ਹੈ, ਜ਼ਾਲਮ ਔਰ ਬੇਈਮਾਨ ਲਈ ਖੁੱਲ੍ਹੀ ਨਹੀਂ ਹੈ। ਇਹ ਵੀ ਕਲੀਅਰ ਸੀ ਗੱਲ। ਇਹ ਮੈਂ ਫੇਰ ਕਲੀਅਰ ਕਰਦੇ ਹਾਂ। ਜਿਹੜਾ ਬਾਰ-ਬਾਰ ਕਹਿ ਦਿੰਦੇ ਨਾ ਜੀ ਸਰਬੱਤ ਕਾ ਭਲਾ ਮੰਗਿਆ, ਸਰਬੱਤ ਕਾ ਭਲਾ ਨਹੀਂ ਮੰਗਿਆ ਗਿਆ। ਸਰਬੱਤ ਕਾ ਜ਼ਾਲਮ ਦਾ ਨਾਸ ਮੰਗਿਆ ਗਿਆ, ਔਰ ਜਿਹ ਤੇ ਜ਼ੁਲਮ ਹੋ ਰਿਹਾ ਉਹਦਾ ਭਲਾ ਮੰਗਿਆ ਗਿਆ। ਜਿਹੜਾ ਜ਼ੁਲਮ ਸੀ ਉਹਦਾ ਦੁਸ਼ਟਾਂ ਦਾ ਦਮਨ ਮੰਗਿਆ ਗਿਆ। ਮੁਸੰਦਾਂ ਨੂੰ ਤਾਂ ਕੜਾਹਿਆਂ 'ਚ ਪਾਤਾ। ਹੁਣ ਦੇਖੋ, ਹੁਣ ਸਾਰੀ ਆਰਗੇਨਾਈਜੇਸ਼ਨ ਸੀ। ਈਵਨ ਤੁਸੀਂ ਦੇਖੋ 1699 ਤੋਂ ਪਹਿਲਾਂ 1698 ਦਾ ਇੱਕ ਹੁਕਮਨਾਮਾ ਆਇਆ ਜੀ। ਉਹਦੇ ਵਿੱਚ ਜਾ ਕੇ ਉਹਨੇ ਇਹ ਹੁਕਮਨਾਮਾ ਕੱਢ ਦਿੱਤਾ ਵੀ ਇਹ ਜਿਹੜੇ ਪੈਸੇ ਆ ਇਹ ਮੁਸੰਦਾਂ ਨੂੰ ਨਾ ਦਿੱਤੇ ਜਾਣ, ਸਿੱਧੇ ਗੁਰੂ ਦੇ ਖਜ਼ਾਨੇ ਦੇ ਵਿੱਚ ਆਉਣ ਪੈਸੇ। ਕਿਉਂਕਿ ਸਿੱਖ ਉਸ ਵੇਲੇ ਇਹ ਮਸੰਦ ਸਿਸਟਮ ਜਿਹੜਾ ਸੀ ਇਹਨੇ ਕਾਫੀ ਅੱਛਾ ਰੋਲ ਅਦਾ ਕੀਤਾ। ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤਾ ਜੀ, ਔਰ ਇਹ ਨਹੀਂ ਫਿਰ ਕਾਫੀ ਫਾਈਨੈਂਸ਼ੀਅਲ ਜਿਹੜੀ ਸੈਟਅਪ ਸੀ ਉਹ ਸਾਰਾ ਇਹਨਾਂ ਦੇ ਕੋਲ ਸੀ। ਇਹ ਵੀ ਇੱਕ ਕਿਸਮ ਦੇ ਨਾਲ ਲੋਕਾਂ ਤੋਂ ਪੈਸੇ ਲੈ ਕੇ ਗੁਰੂ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਣੇ, ਇਹ ਇਹਨਾਂ ਦਾ ਮਕਸਦ ਸੀ। ਪਰ ਸਮੇਂ ਦੇ ਨਾਲ ਇਹ ਸਿਸਟਮ ਡਿਟੀਰੀਓਰੇਟ ਹੋ ਗਿਆ, ਇਹਦੇ ਵਿੱਚ ਪਤਨ ਆ ਗਿਆ ਜਾ ਕੇ। ਉਹ ਆਪਣੇ ਕੋਲ ਹੀ ਰੱਖਣ ਲੱਗ ਉਹ ਗਿਆ ਪੈਸੇ ਜਿਹੜੇ ਹੈਗੇ ਆ ਉੱਥੇ ਜੇ ਬਹੁਤ ਪੈਸੇ ਜਿੰਨੇ ਪੈਸੇ ਜਮ੍ਹਾਂ ਹੋਏ ਉਹ ਜਮ੍ਹਾਂ ਦੇ ਵਿੱਚ ਥੋੜ੍ਹੇ ਜਿਹੇ ਜਾ ਕੇ ਗੁਰੂ ਦੇ ਖਜ਼ਾਨੇ ਵਿੱਚ ਦੇ ਦੇਣ, ਬਾਕੀ ਪੈਸੇ ਆਪ ਰੱਖ ਲੈਣੇ ਜਾ ਕੇ। ਸੋ ਗੁਰੂ ਸਾਹਿਬ ਨੇ 1698 ਦੇ ਵਿੱਚ ਇੱਕ ਹੁਕਮਨਾਮਾ ਕੱਢ ਦਿੱਤਾ ਵੀ ਇਹਨਾਂ ਨੂੰ ਪੈਸੇ ਨਾ ਦਿਓ, ਇਹ ਪੈਸੇ ਦਾ। ਔਰ ਉਹਨੇ ਡਿਸਾਈਡ ਕਰ ਲਿਆ ਵੀ ਇਹ ਜਿਹੜਾ ਹੈਗਾ ਮਸੰਦ ਸਿਸਟਮ ਹੀ ਖਤਮ ਕਰ ਦੇਣਾ। ਮਸੰਦ ਸਿਸਟਮ ਜਿਹੜਾ ਹੈਗਾ, ਜਿੱਦਾਂ ਪਹਿਲਾਂ ਕਮੰਜੀ ਸਿਸਟਮ ਖਤਮ ਹੋ ਗਿਆ ਸੀ, ਮੰਜੀ ਸਿਸਟਮ ਨੂੰ ਤਾਂ ਰਿਪਲੇਸ ਕਰਤਾ ਸੀ ਮਸੰਦ ਸਿਸਟਮ ਨੇ, ਪਰ ਮਸੰਦ ਸਿਸਟਮ ਫਿਰ ਉਹਨੇ ਸਿਸਟਮ ਹੀ ਖਤਮ ਕਰ ਦਿੱਤਾ ਵੀ ਇਹ ਹੈ ਹੀ ਨਹੀਂ। ਚਾਹੇ ਉਹਨੇ ਬੜਾ ਉਸ ਵੇਲੇ ਰਿਪਰੈਜ਼ੈਂਟੇਸ਼ਨ ਕੀਤੀ, ਗੁਰੂ ਸਾਹਿਬ ਦੀ ਮਾਤਾ ਜੀ ਕੋਲ ਵੀ ਆਏ ਉਹ ਜਾ ਕੇ ਵੀ ਇਹ ਕੀ ਕਰਨ ਲੱਗੇ ਆ ਜੀ, ਅਸੀਂ ਤਾਂ ਬੜੇ ਬੜੇ ਸਿੱਖ ਹਾਂ, ਇਹ ਸਿੱਖਾਂ ਦੇ ਖਿਲਾਫ ਹੀ ਲੱਗੇ ਹੋਏ ਆ ਗੱਲ ਕਰਨ ਵੀ ਇਹਨਾਂ ਨੂੰ ਰੋਕੋ ਜਾ ਕੇ ਜਿਹੜਾ ਹੈਗਾ। ਪਰ ਉਹਨੇ ਦੱਸ ਦਿੱਤਾ ਵੀ ਮੈਂ ਜਦ ਤੁਸੀਂ ਬੇਈਮਾਨੀ ਕਰਦੇ ਆ ਮੈਂ ਤੁਹਾਡੀ ਸਿੱਖੀ ਨੂੰ ਕੀ ਕਰਾਂ। ਜਾਂ ਤੁਸੀਂ ਜਿਹੜਾ ਮੈਂ ਜਿੱਦਾਂ ਦਾ ਤੁਸੀਂ ਸਿੱਖ ਨਹੀਂ ਹੈ ਜਾ ਕੇ ਜਿੱਦਾਂ ਦੇ ਸਿੱਖ ਹੈ ਤੁਸੀਂ, ਜੇ ਸਿੱਖ ਬਾਣੇ ਦੇ ਵਿੱਚ ਆ ਤਾਂ ਦੈਟ ਡਜ਼ਨਟ ਮੀਨ ਪੇ ਤੁਸੀਂ ਸਿੱਖ ਆ, ਕਿਉਂਕਿ ਤੁਸੀਂ ਸਿੱਖਾਂ ਦੀ ਅਸੂਲਾਂ 'ਤੇ ਨਹੀਂ ਚੱਲਦੇ। ਤੁਸੀਂ ਬੇਈਮਾਨੀ ਕਰਦੇ ਆ, ਤੁਸੀਂ ਕਰਪਸ਼ਨ ਕਰਦੇ ਆ ਔਰ ਕਹਾਈ ਜਾਂਦੇ ਅਸੀਂ ਸਿੱਖ ਵੀ ਆ, ਤੁਸੀਂ ਨਹੀਂ ਹੋ ਸਕਦੇ ਜਾ ਕੇ। ਸੋ ਮਸੰਦ ਸਿਸਟਮ ਜਿਹੜਾ ਹੈਗਾ ਉਸ ਵੇਲੇ ਖਤਮ ਕਰ ਦਿੱਤਾ। ਇੱਕ ਮਕਸਦ ਇਹ ਵੀ ਸੀਗਾ ਵੀ ਇਹਨੂੰ ਜਿਹੜਾ ਹੈਗਾ ਖਤਮ ਕੀਤਾ ਜਾਵੇ ਜਾ ਕੇ। ਜਿਹੜੇ ਦੇਖੋ ਥਿੰਨ ਸਾਹਿਬ ਉਸ ਵੇਲੇ ਗੁਰੂ ਸਾਹਿਬ ਕਿੰਨੇ ਕਲੀਅਰ ਸੇ ਸਾਰੇ। ਉਹਨੇ ਜਿੱਦਾਂ ਮਾਨਸ ਕੀ ਜ਼ਾਤ ਵੀ ਕਿਹਾ, ਦੇਹਰਾ ਮਸੀਤ ਸੋਈ ਪੂਜਾ ਔਰ ਨਮਾਜ਼ ਸੋਈ, ਇੱਕੋ ਹੀ ਗੱਲ ਹੈ। ਕਹਿੰਦੇ ਕੋਈ ਫਰਕ ਨਹੀਂ ਹੈ ਸਾਰੇ ਜਾ, ਕਿਉਂਕਿ ਮੇਨ ਤਾਂ ਦੋਏ ਧਰਮ ਸੀ ਨਾ ਉਸ ਵੇਲੇ ਦੇ ਸੀ। ਉਹਨੇ ਇੱਕੋ ਹੀ ਗੱਲ ਹੈ ਸਾਰਿਆਂ ਨੂੰ ਜਿਹੜਾ ਉਹਨੇ ਇੱਕ ਇਹ ਮਕਸਦ ਸੀ, ਇੱਕ ਖਾਲਸੇ ਦੀ ਕ੍ਰੀਏਸ਼ਨ ਦਾ ਇਹ ਵੀ ਇੱਕ ਮਕਸਦ ਸੀ ਜਾ ਕੇ ਕਿਉਂਕਿ ਜਿਹੜੀ ਉਸ ਵੇਲੇ ਉਹ ਸਿੱਖਿਆ ਵੀ ਦਿੰਦੇ ਆ ਨਾ, ਉਸ ਵੇਲੇ ਸਿੱਖਿਆ ਉਹ ਇਹੀ ਦਿੰਦੇ ਹੈਗੇ ਜਾ ਕੇ ਵੀ ਇਹ ਜਿੱਥੇ ਤੁਸੀਂ ਲੜਨਾ ਆ, ਜਿੱਥੇ ਤੁਸੀਂ ਲੜਨਾ, ਜਿੱਦਾਂ ਤੁਸੀਂ ਲਫ਼ਜ਼ ਵਰਤਿਆ ਸੀ ਸੰਤ ਸਿਪਾਹੀ ਦਾ, ਉਹ ਸੰਤ ਸਿਪਾਹੀ ਦਾ ਕੌਨਸੈਪਟ ਇਹ ਆ ਵੀ ਤੁਸੀਂ ਇਕੱਲੇ ਵਾਰੀਅਰ ਨਹੀਂ ਹੈ, ਤੁਸੀਂ ਇਕੱਲੇ ਜੰਗਜੂ ਹੀ ਨਹੀਂ ਹੈ ਜਾ ਕੇ। ਤੁਸੀਂ ਜੰਗ ਦੇ ਮੈਦਾਨ ਵਿੱਚ ਜਾ ਕੇ ਉਹ ਗੱਲਾਂ ਨਹੀਂ ਕਰਨੀਆਂ ਹੈਗੀ ਜਿਹੜੇ ਇਕੱਲੇ ਜੰਗਜੂ ਕਰਦੇ ਆ। ਕਿਉਂਕਿ ਸੋਲਜਰ ਜਿਹੜੇ ਹੈਗੇ ਉੱਥੇ ਤੁਸੀਂ ਸੰਤ ਬਣਨਾ, ਜੇ ਉੱਥੇ ਤੁਸੀਂ ਸੰਤ ਬਣਨਾ, ਉੱਥੇ ਜ਼ਿਆਦਤੀਆਂ ਜਿਹੜੀਆਂ ਸੋਲਜਰ ਕਰਦੇ ਤੁਸੀਂ ਨਹੀਂ ਉਹ ਕਰਨੀਆਂ, ਕਿਉਂਕਿ ਤੁਸੀਂ ਨਾਲ ਸੰਤ ਵੀ ਆ ਜਾ ਕੇ। ਪ੍ਰੋਫੈਸਰ ਸਾਹਿਬ ਤੁਸੀਂ ਜ਼ਿਕਰ ਕੀਤਾ ਸੀ ਮੰਜੀ ਸਿਸਟਮ ਦਾ, ਮਸੰਦ ਸਿਸਟਮ ਤੋਂ ਪਹਿਲਾਂ ਉਹ ਮੰਜੀ ਸਿਸਟਮ ਕੀ ਸੀ? ਉਹ ਆਪਣੇ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤਾ ਸੀ ਜੀ। ਅੱਛਾ। ਕਿਉਂਕਿ ਜਿਸ ਵੇਲੇ ਗੁਰੂ ਅਮਰਦਾਸ ਜੀ ਦੇ ਟਾਈਮ ਦੇ ਵਿੱਚ ਜਿਹੜੇ ਸਿੱਖ ਫੋਲੋਇੰਗ ਸੀ ਉਹ ਵੱਧ ਗਈ ਥੋੜ੍ਹੀ ਜਿਹੀ, ਕਾਫੀ ਤਾਂ ਨਹੀਂ ਵੱਧ ਗਈ ਸੀ ਉਸ ਵੇਲੇ। ਤਾਂ ਉਸ ਵੇਲੇ ਫਿਰ ਉਹਨੂੰ ਹੋਰ ਵਧਾਉਣ ਦੇ ਲਈ, ਤਾਂ ਕਿ ਸਿੱਖੀ ਦਾ ਪ੍ਰਚਾਰ ਲੋਕਾਂ ਤੱਕ ਜ਼ਿਆਦਾ ਜਾਵੇ, ਉਹਨੇ ਇੱਕ ਸਿਸਟਮ ਸ਼ੁਰੂ ਕੀਤਾ ਜਿਹਦਾ ਨਾਂ ਸੀ ਮੰਜੀ ਸਿਸਟਮ।
ਮੰਜੀ ਸਿਸਟਮ ਉਹਦਾ ਨਾਂ ਇਸ ਕਰਕੇ ਰੱਖਿਆ ਗਿਆ ਸੀ ਵੀ ਉਸ ਵੇਲੇ ਗੁਰੂ ਸਾਹਿਬ ਜਦ ਆਪ ਪ੍ਰਚਾਰ ਕਰਦੇ ਸੀ ਤਾਂ ਉਹ ਮੰਜੀ ਤੇ ਬੈਠ ਕੇ ਕਰਦੇ ਸੀ। ਮੰਜੇ ਤੇ ਜਾਂ ਮੰਜੇ ਹਾਂ, ਉਹ ਮੰਜੀ ਕਹਿੰਦੇ, ਲੋਕ ਹੇਠਾਂ ਬਹਿ ਜਾਂਦੇ ਸੀ ਜੀ, ਤਾਂ ਉਹ ਮੰਜੀ ਤੇ ਬੈਠ ਕੇ ਪ੍ਰਚਾਰ ਕਰਦੇ ਸੀ। ਸੋ ਉਹਨੇ ਫਿਰ ਮੰਜੀਆਂ ਕਾਇਮ ਕਰਤੀਆਂ, ਮੇਰਾ ਖਿਆਲ 22 ਮੰਜੀਆਂ ਕੀਤੀਆਂ, ਕਾਇਮ ਕੀਤੀਆਂ ਜਿਹੜੀਆਂ। ਉਹਦੇ ਵਿੱਚ ਉਹਨੇ ਕਿਹਾ ਵੀ ਜਿਹੜੇ ਗੁਰੂ ਦੇ ਰਿਪਰੈਜ਼ੈਂਟੇਟਿਵ ਜਿਹੜੇ ਸਿੱਖੀ ਦੇ ਵਿੱਚ ਉਹ ਸਮਝਦੇ ਸੀ ਸਿੱਖੀਜ਼ਮ ਨੂੰ, ਉਹਨਾਂ ਨੂੰ ਥਾਪਿਆ ਗਿਆ ਵੀ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਸਿੱਖੀਜ਼ਮ ਦਾ ਪ੍ਰਚਾਰ ਕਰੋ, ਸਿੱਖੀ ਦਾ ਪ੍ਰਚਾਰ ਕਰੋ, ਜਾਂ ਗੁਰੂ ਨਾਨਕ ਦੇਵ ਜੀ ਦੀ ਜੋ ਵੀ ਫਲਸਫਾ ਆ ਉਹਦਾ ਪ੍ਰਚਾਰ ਕਰੋ। ਸੋ ਮੰਜੀ ਸਿਸਟਮ ਇਹਦਾ ਤਾਂ ਪਿਆ ਵੀ ਉਹ ਜਿੱਦਾਂ ਗੁਰੂ ਦੇ ਰਿਪਰੈਜ਼ੈਂਟੇਟਿਵ ਸੀ, ਜਿੱਦਾਂ ਗੁਰੂ ਸਾਹਿਬ ਮੰਜੀ ਤੇ ਬਹਿੰਦੇ ਸੀ, ਉਹਨਾਂ ਨੂੰ ਕਿਹਾ ਵੀ ਤੁਹਾਨੂੰ ਤੁਸੀਂ ਵੀ ਅਧਿਕਾਰ ਹੈ ਮੰਜੀ ਤੇ ਬੈਠ ਕੇ ਤੁਸੀਂ ਪ੍ਰਚਾਰ ਕਰ ਸਕਦੇ ਆ। ਸੋ ਉਹਨੇ ਜਿਹੜਾ ਮੰਜੀ ਸਿਸਟਮ ਸੀ ਇਹ ਇੱਕ ਕਿਸਮ ਦਾ ਆਰਗੇਨਾਈਜੇਸ਼ਨਲ ਸੈਟਅਪ ਸੀ ਜਿਹੜਾ ਗੁਰੂ ਅਮਰਦਾਸ ਜੀ ਨੇ ਕੀਤਾ। ਇਹ ਫਿਰ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਆਏ, ਉਹਨੇ ਫਿਰ ਇਹ ਗੁਰੂ ਰਾਮਦਾਸ ਜੀ ਦੇ ਟਾਈਮ 'ਚ ਚੱਲਦਾ ਰਿਹਾ, ਪਰ ਉਹਨੇ ਫਿਰ ਆ ਕੇ ਇਹਨੂੰ ਰਿਪਲੇਸ ਕਰਤਾ ਮਸੰਦ ਸਿਸਟਮ ਦੇ ਨਾਲ। ਮੰਜੀ ਸਿਸਟਮ ਫਿਰ ਖਤਮ ਕਰ ਦਿੱਤਾ, ਸਮਝੋ ਮਸੰਦ ਸਿਸਟਮ ਸ਼ੁਰੂ ਹੋ ਗਿਆ ਜਿਹਦੀ ਆਪਾਂ ਗੱਲ ਕਰ ਰਹੇ ਸੀ। ਜਿਹੜਾ ਤੁਸੀਂ ਕਹਿੰਦੇ ਹੋ ਕਿ ਸ਼ੁਰੂ 'ਚ ਠੀਕ ਚੱਲਿਆ, ਸ਼ੁਰੂ ਬਹੁਤ ਠੀਕ ਚੱਲਿਆ। ਸਿੱਖੀ ਦੇ ਐਕਸਪੈਂਸ਼ਨ ਦੇ ਵਿੱਚ, ਸਿੱਖੀ ਦੇ ਫੈਲਾਉਣ ਦੇ ਵਿੱਚ ਮਸੰਦ ਸਿਸਟਮ ਦਾ ਬਹੁਤ ਰੋਲ ਆ, ਬਹੁਤ ਰੋਲ ਜ਼ਿਆਦਾ ਆ। ਮਗਰੋਂ ਤਾਂ ਜਾ ਕੇ ਫਿਰ ਜਾ ਕਰਪਟ ਹੋ ਗਿਆ ਤਾਂ ਇਹਨੀ ਕੰਟਰੋਲ ਹੀ ਕਰ ਲਈ ਸੀ। ਮਗਰੋਂ ਇੱਦਾਂ ਦੀ ਸਾਰੀ ਆਰਗੇਨਾਈਜੇਸ਼ਨ ਇਹਨਾਂ ਦੇ ਕੰਟਰੋਲ 'ਚ ਆ ਗਈ ਸੀ। ਔਰ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਨੂੰ ਨਾਂ ਆਉਣ ਦਿੱਤਾ, ਉਹਦੇ ਵਿੱਚ ਵੀ ਮਸੰਦਾਂ ਦਾ ਰੋਲ ਸੀ ਜ਼ਿਆਦਾ ਜਾ ਕੇ। ਸਿੱਖ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ, ਸਿੱਖ ਆਰਗੇਨਾਈਜੇਸ਼ਨ ਦੀ ਹਾਲਤ ਜਾਂ ਉਸ ਵੇਲੇ ਕਾਫੀ ਖਰਾਬ ਹੋਈ ਸੀ। ਈਵਨ ਸਾਰਿਆਂ ਨੂੰ, ਮੈਂ ਉਹ ਤਾਂ ਦੁਹਰਾਉਂਦਾ ਨਹੀਂ ਵੀ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਇਹਨਾਂ ਗੱਲਾਂ ਦਾ, ਈਵਨ ਗੁਰੂ ਤੇਗ ਬਹਾਦਰ ਦੀ ਜਿਹੜੀ ਅਪਾਇੰਟਮੈਂਟ ਸੀ ਜਾਂ ਉਹਨਾਂ ਦੀ ਜੇ ਨੋਮੀਨੇਸ਼ਨ ਸੀ, ਉਹਦੇ ਵਿੱਚ ਵੀ ਬੜਾ ਸੀਗਾ ਜਾ ਕੇ ਜਦ ਉਹਨੇ ਕਿਹਾ ਬਾਬਾ ਬਕਾਲਾ, ਉਹ ਬਾਬਾ ਬਕਾਲੇ ਤੇ ਆਏ, ਕਿੰਨੇ ਹੋਰ ਬੈਠੇ ਜਾ ਕੇ ਵੀ ਅਸੀਂ ਵੀ ਗੁਰੂ ਹੈਗੇ ਹਾਂ। ਸੋ ਇਸ ਕਿਸਮ ਦੇ ਨਾਲ ਸੀ ਜਿਹੜੀ ਗੁਰੂਸ਼ਿਪ ਸੀ। ਥਿੰਨ ਸਾਹਿਬ, ਗੁਰੂਸ਼ਿਪ ਉਸ ਵੇਲੇ ਹੈਰੈਡੀਟਰੀ ਬਣ ਗਈ ਸੀ। ਹੈਰੈਡੀਟਰੀ ਦਾ ਮਤਲਬ ਇਹ ਆ ਵੀ ਖਾਨਦਾਨ 'ਚ ਰਹਿਣਾ। ਹੁਣ ਪਹਿਲੇ ਗੁਰੂ ਸਾਹਿਬ ਨੇ ਜਿਹੜੇ ਆਪਣੇ ਉਹਨਾਂ ਦੇ ਬੇਟੇ ਸੀ, ਉਹਨਾਂ ਨੂੰ ਗੁਰੂ ਨਹੀਂ ਥਾਪਿਆ ਉਹਨੇ। ਦੂਜੇ ਗੁਰੂ ਸਾਹਿਬ ਨੇ ਵੀ ਆਪਣੇ ਬੇਟਿਆਂ ਨੂੰ ਗੁਰੂ ਨਹੀਂ ਥਾਪਿਆ, ਠੀਕ ਹੈ ਨਾ ਜੀ, ਦਾਤੂ ਤੇ ਦਾਸੂ ਨੂੰ ਜਾ ਕੇ। ਤੀਜੇ ਗੁਰੂ ਸਾਹਿਬ ਨੇ ਵੀ ਆਪਣੇ ਜਿਹੜੇ ਮੁੰਡੇ ਸੇ ਮੋਹਨ ਤੇ ਮੋਹਰੀ, ਉਹਨਾਂ ਨੂੰ ਗੁਰੂ ਨਹੀਂ ਥਾਪਿਆ, ਪਰ ਉਹਨੇ ਆਪਣੇ ਸਾਂਨਣ ਨੂੰ ਗੁਰੂ ਥਾਪ ਦਿੱਤਾ, ਭਾਈ ਜੇਠਾ, ਜਿਹਦਾ ਕਿ ਨਾਂ ਬਾਅਦ ਦੇ ਵਿੱਚ ਗੁਰੂ ਰਾਮਦਾਸ ਜੀ ਪਿਆ। ਸੋ ਉਹਨਾਂ ਨੇ ਜਿੱਦਾਂ ਗੱਲ, ਗੁਰੂ ਰਾਮਦਾਸ ਜੀ ਨੇ ਉਹਨੂੰ ਆਪਣੇ ਸਾਂਨਣ ਨੂੰ, ਬੀਬੀ ਭਾਨੀ ਦੇ ਹਸਬੈਂਡ ਨੂੰ, ਉਹਨੇ ਥਾਪ ਦਿੱਤਾ ਚੌਥੇ ਗੁਰੂ। ਉਹ ਤੋਂ ਬਾਅਦ ਉਹਨੇ ਫਿਰ ਆਪਣੇ ਸੰਨ ਨੂੰ, ਗੁਰੂ ਅਰਜਨ ਨੂੰ ਕਰ ਦਿੱਤਾ ਜਾ ਕੇ। ਸੋ ਉਹ ਤੋਂ ਲੈ ਕੇ ਫਿਰ ਗੁਰੂਸ਼ਿਪ ਫੈਮਿਲੀ 'ਚ ਹੀ ਰਹੀ ਜਾ ਕੇ। ਇਹ ਫਿਰ ਜਿਹੜੇ ਗੁਰੂ ਰਾਮਦਾਸ ਜੀ ਦੀ ਫੈਮਿਲੀ ਦੇ ਵਿੱਚ ਇਹ ਆਉਂਦੀ ਰਹੀ, ਅਤੇ 10ਵੇਂ ਗੁਰੂ ਸਾਹਿਬ ਨੇ ਫਿਰ ਇਹਨੂੰ, ਜਿੱਦਾਂ ਆਪਾਂ ਨੂੰ ਪਤਾ, ਫਿਰ ਉਹਨੇ ਫਿਨਿਸ਼ ਕਰਤਾ ਸਾਰਿਆਂ ਨੂੰ। ਹੁਣ ਜਿਹੜਾ ਮੈਂ ਦੱਸਦਾ ਸੀ, ਦੇਖੋ ਜਿਹੜੀ ਤਲਵਾਰ ਚੱਕਣੀ, ਜਿਹੜੇ ਹਾਲਾਤ ਆ ਉਹ ਪਾਲਿਸੀ ਨੂੰ ਜਨਮ ਦਿੰਦੇ ਆ, ਇਹ ਸਮਝਣ ਵਾਲੀ ਗੱਲ ਹੈ। ਬਿਲਕੁਲ, ਹਾਲਾਤ ਪਾਲਿਸੀ ਨੂੰ ਜਨਮ ਦਿੰਦੇ ਆ। ਗੁਰੂ ਨਾਨਕ ਦੇਵ ਜੀ ਦੇ ਟਾਈਮ ਦੇ ਵਿੱਚ ਜੋ ਜ਼ੁਲਮ ਦੇ ਖਿਲਾਫ ਉਹ ਕਰ ਸਕਦੇ ਸੀ, ਉਹ ਨਹੀਂ ਕੀਤਾ। ਉਹਨਾਂ ਕੋਲ ਤਾਂ ਹਾਲਾਤ ਹੈ ਨਾ ਸੀ ਵੀ ਉਹ ਲੋਕਾਂ ਨੂੰ ਲਾਮਬੰਦ ਕਰਕੇ ਹਥਿਆਰਬੰਦ ਕਰਵਾ ਦੇਣ, ਕਿਉਂਕਿ ਆਰਗੇਨਾਈਜੇਸ਼ਨ ਹੀ ਹੈ ਨਾ ਸੀ ਉਸ ਵੇਲੇ। ਆਰਗੇਨਾਈਜੇਸ਼ਨ ਤਾਂ ਕੁਛ ਵੀ ਨਾ ਸੀ। 10 ਬੰਦਿਆਂ ਤੋਂ ਹਥਿਆਰ ਚੁਕਾ ਕੇ ਕੀ ਕਰਦੇ ਹੋ, ਠੀਕ ਹੈ ਨਾ। ਪਰ ਫਿਲਾਸਫੀ ਦਾ ਜਿਹੜਾ ਮੁੱਢ ਬੰਨ ਦਿੱਤਾ ਉਹਨੇ ਜਾ ਕੇ, ਵੀ ਜ਼ੁਲਮ ਨਾਲ ਕੰਪਰੋਮਾਈਜ਼ ਨਹੀਂ ਕਰਨਾ, ਇਹਦੇ ਖਿਲਾਫ ਬੋਲਿਆ ਵੀ ਕਰਨਾ ਨਹੀਂ ਜਾ ਕੇ। ਫਿਰ ਹੌਲੀ ਜਿੱਦਾਂ ਹਾਲਾਤ ਬਦਲ ਗਏ। ਹੁਣ ਜਿਸ ਵੇਲੇ ਖਾਲਸੇ ਦੀ ਕ੍ਰੀਏਸ਼ਨ ਹੁੰਦੀ ਆ 1699 ਦੇ ਵਿੱਚ, ਉਸ ਵੇਲੇ ਪ੍ਰੋਟੈਸਟ ਦਾ ਹੋਰ ਕੋਈ ਰਸਤਾ ਤਾਂ ਹੈ ਨਾ ਸੀ। ਉੱਥੇ ਇਹ ਤਾਂ ਹੈ ਨਾ ਸੀ ਵੀ ਤੁਸੀਂ ਡੈਮੋਕ੍ਰੈਟਿਕ ਤਰੀਕੇ ਨਾਲ ਪ੍ਰੋਟੈਸਟ ਕਰ ਸਕਦੇ ਆ, ਤੁਸੀਂ ਵੀ ਇੰਟਰਨੈਟ 'ਤੇ ਭੇਜ ਸਕਦੇ ਆ, ਜਾਂ ਤੁਸੀਂ ਈਵਨ ਸੜਕਾਂ 'ਤੇ ਜਲੂਸ ਕੱਢ ਸਕਦੇ ਆ, ਜਾਂ ਤੁਸੀਂ ਆਪਣੇ ਉਹ ਈਮੇਲ, ਉਹ ਤਾਂ ਹੈ ਨਾ ਸੀ। ਉਸ ਵੇਲੇ ਤਾਂ ਪ੍ਰੋਟੈਸਟ ਦਾ ਇੱਕੋ ਹੀ ਰਾਹ ਸੀ, ਜਿਸ ਵੇਲੇ ਬਾਕੀ ਰਾਹ ਬੰਦ ਹੋ ਗਏ। ਚੂੰਕਾਰ ਅਜ਼ ਹਮੇ ਹੀਲ ਤੇ ਦਰਗੁਜ਼ਸ਼ਤ ਹਲਾਲਸਤ ਬੁਰਦਨ व शमश, ਕੀ ਹੋਏ, ਰਸਤੇ ਸਭ ਬੇਕਾਰ ਹੋ ਗਏ ਸੀ, ਰਸਤੇ ਸਭ ਬੰਦ ਹੈ ਕੂਚਾਏ ਕਾਤਲ ਕੇ ਸਿਵਾ, ਜਿਹੜਾ ਆਪਾਂ ਕਹਿੰਦੇ, ਠੀਕ ਹੈ ਨਾ। ਉਹ ਜਦ ਰਾਹ ਹੀ ਸਾਰੇ ਬੰਦ ਹੋ ਗਏ ਤਾਂ ਉਹਨੇ ਕਿਹਾ ਵੀ ਇੱਕ ਇਹ ਆ, ਜਦੋਂ ਹੀਲੇ ਹੋਣ ਸਭ ਬੇਕਾਰ, ਚੁੱਕ ਲੈਣੀ ਜਾਇਜ਼ ਉਦੋਂ ਤਲਵਾਰ। ਤਾਂ ਉਹਨੇ ਮਜਬੂਰੀ ਦੇ ਵਿੱਚ ਚੱਕੀ ਆ, ਕੋਈ ਉਹ ਖੂਨ ਬਹਾਉਣ ਵਾਲੇ ਬੰਦੇ ਨਹੀਂ ਸੀ ਜਾ ਕੇ ਬੇਤਹਾਸ਼ਾ ਖੂਨ ਬਹਾਉਣ ਦਾ, ਜ਼ੁਲਮ ਦੇ ਖਿਲਾਫ ਲੜਨ ਵਾਲੀ ਗੱਲ ਸੀ। ਹੋਰ ਕੋਈ ਰਸਤਾ ਨਹੀਂ ਸੀ, ਹੋਰ ਕੋਈ ਰਸਤਾ ਹੈ ਨਾ ਸੀ ਜਾ ਕੇ, ਇਸ ਕਰਕੇ ਉਹਨੇ ਉਹ ਕੀਤਾ। ਉਹ ਜਿਸ ਵੇਲੇ ਹੁਣ ਉਹ ਜਿਹੜੀ ਹੈ ਸਿੱਖ ਮੂਵਮੈਂਟ, ਜਿੱਦਾਂ ਇਹ ਕਹਿ ਲਓ ਵੀ ਜਿਸ ਵੇਲੇ ਇਹਨੂੰ ਪੂਰੀ ਫਲਵਾੜੀ ਖਿਲਦੀ ਆ, ਉਹ ਆ ਕੇ ਫਿਰ ਉਹ ਖਿਲਦੀ ਆ ਜਿਸ ਵੇਲੇ ਰਾਜ ਸੱਤਾ ਕਾਇਮ ਹੋ ਜਾਂਦੀ ਹੈ, ਜਿਸ ਵੇਲੇ ਸਿੱਖ ਰਾਜ ਕਾਇਮ ਹੋ ਜਾਂਦਾ ਹੈ, ਠੀਕ ਹੈ ਨਾ। ਤਾਂ ਉਹ ਸ਼ੁਰੂ ਹੁੰਦਾ ਜਾ ਕੇ ਉੱਥੇ। ਈਵਨ ਦੇਖੋ, ਇਹ ਮੇਰਾ ਖਿਆਲ ਡਾਕਟਰ ਗੰਡਾ ਸਿੰਘ ਨੇ ਕਹੀ ਹੈ ਗੱਲ, ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਸੋਡ ਦੀ ਸੀਡ, ਬੰਦਾ ਰੀਪਡ ਦੀ ਹਾਰਵੈਸਟ। ਕਿਉਂਕਿ ਗੁਰੂ ਸਾਹਿਬ ਦੀ ਇੱਕ ਗੱਲ ਆਪਾਂ ਕਲੀਅਰ ਕਰ ਲਈਏ, ਗੁਰੂ ਸਾਹਿਬ ਦਾ ਕੋਈ ਰਾਜ ਹਾਸਲ ਕਰਨ ਦੀ ਇਹ ਨਹੀਂ ਹੈ ਵੀ ਅਸੀਂ ਜਿਹੜਾ ਹੈਗਾ ਇਹ ਆ ਵੀ ਅਸੀਂ ਕੁਛ ਟੈਰੀਟਰੀ ਲੈ ਕੇ ਮੈਂ ਬਾਦਸ਼ਾਹ ਬਣਨਾ ਉੱਥੇ,
ਇੱਦਾਂ ਦੀ ਗੱਲ ਨਾ ਸੀ ਹੈ ਕੋਈ ਵੀ ਉੱਥੇ ਜਾ ਕੇ, ਉਹ ਤਾਂ ਸਿਰਫ ਸੰਘਰਸ਼ ਕਰਨਾ, ਲੜਨਾ ਹੈ ਜਦ ਲੜਨਾ ਸੀ। ਪਰ ਉਹ ਜਿੱਦਾਂ ਉਹ ਕਹਿੰਦੇ ਉਹਨੇ ਫਿਰ ਬੀਜ ਬੋਤੇ ਸੀ ਜਿਹਦਾ ਫਿਰ ਸੰਘਰਸ਼ ਕੀਤਾ ਆ ਕੇ ਬੰਦਾ ਫੌਜ ਬਣੀ ਕਿਤੇ ਗੁਰੂ ਗੋਬਿੰਦ ਸਿੰਘ ਸੋਡ ਦੀ ਸੀਡ, ਬੰਦਾ ਰੀਪਡ ਦੀ ਹਾਰਵੈਸਟ। ਔਰ ਜੇ ਮੈਂ ਸਹੀ ਕਰਾਂ ਤਾਂ ਉਹਦਾ ਜਿਹੜਾ ਅਫਜ਼ਾਨਾ ਅੱਜ ਦਾ ਜੱਟ ਵੀ ਖਾ ਰਿਹਾ। ਅੱਜ ਦੇ ਜੱਟ ਨੂੰ ਵੀ ਜਿਹੜੀਆਂ ਜ਼ਮੀਨਾਂ ਮਿਲੀਆਂ ਆ ਇਹ ਉਸ ਸਮੇਂ ਦੇ ਸੰਘਰਸ਼ ਦਾ ਰਿਜ਼ਲਟ ਆ, ਜਿਹੜਾ ਜਿਸ ਵੇਲੇ ਗੁਰੂ ਸਾਹਿਬ ਦੇ ਖਾਲਸੇ ਦੀ ਕ੍ਰੀਏਸ਼ਨ ਤੋਂ ਬਾਅਦ ਬੰਦੇ ਬਹਾਦਰ ਤੇ ਮਿਸਰਾਂ ਦੇ ਵਿੱਚ ਤਾਂ ਫੇਰ ਕਹਾਂ ਜਾ ਕੇ ਬਣਿਆ, ਉਦੋਂ ਹਾਲਵਾਦ ਨੂੰ ਜ਼ਮੀਨ ਮਿਲੀ ਆ। ਪਹਿਲਾਂ ਤਾਂ ਹਾਲਤ ਬਹੁਤ ਮਾੜੀ ਸੀਗੀ ਜਾ ਕੇ। ਬਿਲਕੁਲ ਠੀਕ ਹੈ। ਸੋ ਇਹ ਜਿਹੜੇ ਹੈਗੇ ਆ ਇਹ ਉਸ ਵੇਲੇ ਜਿਹੜੀ ਹੈਗੀ ਆ ਆਪਣੇ ਸਾਰੇ ਇਹ ਆਪਣੇ ਕਿਸਾਨੀ ਦੀ ਲੜਾਈ ਜਿਹੜੀ ਹੈਗੀ ਆ ਉਹ ਲੜਦੇ ਰਹੇ। ਪਰ ਇੱਕ ਗੱਲ ਸਾਹਿਬ ਮੇਰੇ ਅਜੇ ਤੱਕ ਇਹ ਸਮਝ ਨਹੀਂ ਆਉਂਦੀ ਹੈ ਵੀ ਇੰਨਾ ਵਰਕ ਹੋਇਆ, ਇੰਨਾ ਹੋਇਆ ਖਾਲਸੇ ਦੀ ਕ੍ਰੀਏਸ਼ਨ 'ਤੇ ਕੰਮ ਹੋਇਆ, ਐਡੇ ਐਡੇ ਵਿਦਵਾਨ ਆਏ ਇਹਦੇ ਵਿੱਚ, ਐਡੇ ਐਡੇ ਲੀਡਰ ਆਏ ਜਾ ਕੇ, ਇਸ ਪੱਖ ਨੂੰ ਪਤਾ ਨਹੀਂ ਕਿਉਂ ਨਹੀਂ ਉਭਾਰਿਆ ਉਹਨੇ ਜਾ ਕੇ। ਜਿਹੜਾ ਹੈ ਇੰਨਾ ਕੁ ਛੋਟਾ ਜਿਹਾ ਦੇ ਦਿੰਦੇ ਆ, ਹਾਂ ਜੀ ਬੰਦੇ ਬਹਾਦਰ ਨੇ ਵੀ ਉੱਥੇ ਜ਼ਗੀਰਦਾਰੀ ਖਤਮ ਕੀਤੀ ਬਸ। ਉਹ ਜਿਹੜਾ ਸਾਰਾ ਕੰਮ ਸੀਗਾ ਉਸ ਕੰਮ ਨੂੰ ਨਹੀਂ ਅੱਗੇ ਲਿਆਉਂਦੇ ਹੈ ਜਾ ਕੇ। ਉਹਦਾ ਰੀਜ਼ਨ ਕੀ ਆ ਮੈਨੂੰ ਸਮਝ ਨਹੀਂ ਆਉਂਦੀ ਕੋਈ ਵੀ ਹੈ ਜਾ ਕੇ। ਉਹ ਜਿਹੜੇ ਹੈਗੇ ਆ ਉੱਥੇ ਬਾਕੀ ਇਤਿਹਾਸਕਾਰਾਂ ਨੇ ਵੀ ਨਹੀਂ ਇਹਦੇ ਤੇ ਮੇਰੇ ਖਿਆਲ ਬੜੀ ਇਤਿਹਾਸਕਾਰਾਂ ਨੇ ਵੀ ਜ਼ਿਆਦਾ ਜਿਹੜਾ ਹੈਗਾ ਸਭ ਪਤਾ ਨਹੀਂ ਗੱਲ ਕੀ ਆ। ਬਿਲਕੁਲ ਜੋ ਸਿੱਖਿਆ ਸੀ ਉਹਦੇ ਉਲਟ ਹੋਈ ਇਹ ਮੁਸਲਮਾਨਾਂ ਦੇ ਨਾਲ ਝਗੜੇ ਨੂੰ ਉਭਾਰਦੇ ਰਹਿੰਦੇ ਆ, ਵਜ਼ੀਰ ਖਾਨ ਦੇ ਨਾਲ ਝਗੜੇ ਨੂੰ ਉਭਾਰਦੇ ਰਹਿੰਦੇ ਹੈਗੇ। ਜਿਹੜਾ ਪਿਓ ਹੋਈ ਸੀ ਈਵਨ ਵੀ ਇਹੀ ਕਿਹਾ ਜਾਂਦਾ ਬੰਦੇ ਨੂੰ ਵੀ ਅਸੀਂ ਗੱਲ ਇਹ ਭੇਜਿਆ ਗਿਆ ਪੰਜਾਬ ਦੇ ਵਿੱਚ ਵੀ ਵਜ਼ੀਰ ਖਾਨ ਤੋਂ ਜਾ ਕੇ ਬਦਲਾ ਲੈ ਜਾ ਕੇ। ਹਾਲਾਂਕਿ ਜਿੱਥੇ ਜੇ ਗੁਰੂ ਸਾਹਿਬ ਦੀ ਪਰਸਨੈਲਿਟੀ ਤੇ ਬਦਲਾ ਦਾ ਭਾਵਨਾ ਵਾਲੀ ਗੱਲ ਹੀ ਨਹੀਂ ਸੀ ਹੈ। ਉਹ ਤਾਂ ਉਹਨਾਂ ਦੇ ਇਹ ਆ ਵੀ ਚਾਰ ਮੋਏ ਤੋਂ ਕਿਆ ਹੁਆ ਜੀਵਤ ਗਈ ਹਜ਼ਾਰ ਜਾ ਕੇ। ਉਹ ਸੰਘਰਸ਼ ਜਿਹੜਾ ਸੀਗਾ ਉਹ ਫੈਮਿਲੀ ਲਈ ਥੋੜ੍ਹਾ ਕਰ ਰਹੇ ਸੀਗੇ ਵੀ ਮੈਂ ਆਪਣੇ ਫੈਮਿਲੀ ਦਾ ਬਦਲਾ ਲੈਣਾ ਜਾ ਕੇ। ਉਹ ਤਾਂ ਜਿਹੜਾ ਸੰਘਰਸ਼ ਦਾ ਸੀਗਾ ਵੀ ਪੰਜਾਬ ਦੇ ਲੋਕਾਂ ਦੀ ਜ਼ਮੀਨਾਂ ਜਿਹੜੀਆਂ ਇਹਨਾਂ ਦੇ ਹਲਵਾ ਦੇ ਕੋਲ ਜ਼ਮੀਨ ਹੋਣੀ ਚਾਹੀਦੀ ਹੈ, ਜੇ ਜ਼ੁਲਮ ਦਾ ਮੁਕਾਬਲਾ ਹੋਣਾ ਚਾਹੀਦਾ। ਉਹ ਤਾਂ ਇੱਕ ਕਿਸਮ ਦਾ ਇਨਕਲਾਬ ਸੀ ਨਾ, ਇੱਕ ਕਿਸਮ ਦਾ ਇਨਕਲਾਬ ਸੀ, ਰੈਵੋਲੂਸ਼ਨ ਸੀ। ਉਹ ਇੱਕ ਜ਼ਮੀਨੀ ਰੈਵੋਲੂਸ਼ਨ ਸੀ ਜਿਹਨੂੰ ਆਪਾਂ ਕਹਿੰਦੇ ਨਾ ਵੀ ਜ਼ਮੀਨੀ ਲੋਕ ਸੰਘਰਸ਼ ਸੀਗਾ। ਉਹ ਲੋਕ ਸੰਘਰਸ਼ ਸੀ। ਲੋਕ ਸੰਘਰਸ਼ ਵੱਲ ਨੂੰ ਆਈ ਡੋਂਟ ਨੋ ਕੋਈ ਉਹਦੇ ਪੋਲੀਟੀਕਲ ਰੀਜ਼ਨ ਹੋਊਗੇ ਪ੍ਰੈਜ਼ੈਂਟ ਲੀਡਰਸ਼ਿਪ ਦੇ, ਪਰ ਇਹਨੂੰ ਲੋਕ ਸੰਘਰਸ਼ ਦਾ ਨਾਂ ਨਹੀਂ ਦਿੱਤਾ ਜਾ ਰਿਹਾ। ਇਹਨੂੰ ਇਹ ਦਿੱਤਾ ਜਾ ਰਿਹਾ ਜੀ ਇਹ ਤਾਂ ਹੁਣ ਮੁਸਲਮਾਨਾਂ ਦਾ ਉਹ ਜਿਹੜਾ 20,000 ਬੰਦੇ ਨੇ ਉੱਥੇ ਆ ਕੇ ਉਹ ਸਾਰੇ ਕਿਤੇ ਸਿੱਖ ਥੋੜ੍ਹੇ ਸੀਗੇ ਜਾ ਕੇ। ਔਰ ਮਿਸਲਾਂ ਦੇ ਟਾਈਮ ਦੇ ਵਿੱਚ ਵੀ ਅਸੀਂ ਦੇਖੇ ਜਿਹੜੇ ਮੁਸਲਮਾਨਾਂ ਦੇ ਮੁੰਡੇ ਲੜਦੇ ਸੀ ਨਾਲ ਆ ਕੇ ਜਾ ਕੇ। ਮੁਸਲਮਾਨਾਂ ਦੇ ਕਿਉਂਕਿ ਮੁਸਲਮਾਨਾਂ ਦੀਆਂ ਉਹਨਾਂ ਨੂੰ ਵੀ ਜ਼ਮੀਨਾਂ ਮਿਲਦੀਆਂ ਸੀਗੀਆਂ, ਹਿੰਦੂਆਂ ਨੂੰ ਵੀ ਮਿਲਦੀਆਂ ਸੀ, ਸਿੱਖਾਂ ਨੂੰ ਵੀ ਮਿਲਦੀਆਂ ਸੀ। ਮੁਸਲਮਾਨ ਵੀ ਜੱਟ ਸੀ, ਮੁਸਲਮਾਨ ਵੀ ਜੱਟ ਸੀਗੇ ਜਾ ਕੇ। ਉਹਨਾਂ ਨੂੰ ਵੀ ਜ਼ਮੀਨਾਂ ਦਾ ਮਿਲਦੀਆਂ ਸੀ ਨਾ ਜਿਸ ਵੇਲੇ ਉਹ ਵੀ ਵਾਰਸ ਦੇ ਵੀ ਮਗਰੋਂ ਇੱਕ ਤਰ੍ਹਾਂ ਦਾ ਘਰ ਘਰ ਬਣੇ ਸਰਦਾਰ ਵੀ ਆ। ਉਹ ਸਰਦਾਰ ਕਹਿੰਦੇ ਸਿੱਖਾਂ, ਉਹ ਸਰਦਾਰ ਸਿੱਖਾਂ ਨੂੰ ਨਹੀਂ ਕਹਿੰਦਾ ਉਸ ਵੇਲੇ। ਸਰਦਾਰ ਤਾਂ ਜ਼ਮੀਨ ਦੇ ਮਾਲਕ ਨੇ। ਉਹ ਇਹ ਕਹਿੰਦਾ ਵੀ ਜਿਹੜੇ ਆ ਕੁਛ ਵੀ ਨਾ ਸੀ ਹੁੰਦੇ ਜਾ ਕੇ ਮੁਜ਼ਾਹਰੇ ਸੀਗੇ, ਹੁਣ ਸਰਦਾਰ ਬਣ ਗਏ ਸਾਰੇ ਜਾ ਕੇ। ਉਹ ਸਰਦਾਰ ਬਣਨ ਦੇ ਵਿੱਚ ਸਾਰੇ ਧਰਮਾਂ ਦੇ ਲੋੜ ਸੀ, ਸਾਰੇ ਜਾਤਾਂ ਦੇ ਸੀਗੇ। ਉਹ ਸੀ ਲੜਾਈ। ਸੋ ਗੁਰੂ ਸਾਹਿਬ ਨੇ ਜਿਹੜਾ ਇੱਕ ਪੰਜਾਬ ਦੇ ਵਿੱਚ ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਹਥਿਆਰਬੰਦ ਘੋਲ, ਪੰਜਾਬ ਦੀ ਕਿਸਾਨੀ ਦਾ ਘੋਲ ਸੀ ਉਹ। ਵੈਸੇ ਅਖੀਰ ਦੇ ਵਿੱਚ ਫਿਰ ਖਾਲਸੇ ਦੇ ਸਿਰਜਣਾ ਦਿਵਸ ਦੇ ਉੱਤੇ ਖਾਸ ਤੌਰ 'ਤੇ ਇਸ ਮਹੀਨੇ ਕੀ ਕਹਿਣਾ ਚਾਹੋਗੇ ਤੁਸੀਂ? ਸੰਸਾ ਦੇਖੋ ਮੈਂ ਤਾਂ ਇੱਕ ਗੱਲ ਜਿਹੜੀ ਆ ਉਹ ਬਹੁਤ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਵੀ ਖਾਲਸੇ ਦੀ ਕ੍ਰੀਏਸ਼ਨ ਦਾ ਜਿਹੜਾ ਘੇਰਾ ਆ ਉਹਨੂੰ ਸੀਮਤ ਨਾ ਕਰੋ, ਛੋਟਾ ਨਾ ਕਰੋ ਜਾ ਕੇ। ਇਹ ਜਾ ਕੇ ਕੋਈ ਹਿੰਦੂ ਸਿੱਖ ਦੀ, ਹਿੰਦੂ ਮੁਸਲਮਾਨ ਦੀ ਲੜਾਈ ਨਹੀਂ ਹੈ, ਨਾ ਹੀ ਇਹ ਕੋਈ ਵਜ਼ੀਰ ਖਾਨ ਦੇ ਨਾਲ ਬਦਲੇ ਦੀ ਲੜਾਈ ਸੀਗੀ। ਇਹ ਤਾਂ ਇੱਕ ਇਨਕਲਾਬੀ ਸੰਘਰਸ਼ ਸੀਗਾ ਜਿਹੜਾ ਪੰਜਾਬ ਦੇ ਵਿੱਚ ਹੋਇਆ ਜਾ ਹਿਊਮਨ ਰਾਈਟਸ ਨੂੰ ਬਰਕਰਾਰ ਕਰਨ ਲਈ। ਇਹ ਇੱਕ ਬੜੇ ਕਨਸੈਪਟ ਦੇ ਵਿੱਚ ਇਹਨੂੰ ਦੇਖੋ, ਕਿਉਂਕਿ ਇਹ ਜਿਹੜਾ ਹੈਗਾ ਇਹ ਹੁਣ ਬਣਾ ਦਿੱਤਾ ਗਿਆ ਇੱਦਾਂ ਜਾ ਕੇ। ਇਹ ਮੈਨੂੰ ਨਹੀਂ ਪਤਾ, ਪਰ ਮੈਂ ਸੁਣਨ ਵਾਲਿਆਂ ਨੂੰ ਇਹ ਕਹਿੰਦਾ ਵੀ ਤੁਸੀਂ ਇਹਨੂੰ ਉਸੇ ਲਾਈਟ ਵਿੱਚ ਦੇਖੋ, ਇਹਨੂੰ ਇੱਦਾਂ ਨਾ ਦੇਖੋ ਵੀ ਇਹ ਸਿਰਫ ਲੜਾਈ ਛੋਟੇ ਜਿਹੇ ਲੈਵਲ ਧਾਰਮਿਕ ਲੜਾਈ ਸੀ। ਇਹ ਕੋਈ ਇੱਦਾਂ ਦੀ ਧਾਰਮਿਕ ਲੜਾਈ ਨਹੀਂ ਸੀ, ਇਹ ਸਿੱਖ ਧਰਮ ਨੂੰ ਫੈਲਾਉਣ ਦੀ ਲੜਾਈ ਨਹੀਂ ਸੀ। ਇਹ ਤੁਸੀਂ ਹੈਰਾਨ ਹੋਵੋਗੇ ਇਸ ਗੱਲ ਦੇ ਵਿੱਚ ਵੀ ਮਿਸਲਾਂ ਦੇ ਟਾਈਮ ਦੇ ਵਿੱਚ ਔਰ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਵੀ, ਔਰ ਜਿਸ ਵੇਲੇ ਮਿਸਲਾਂ ਨੇ ਸਾਰਾ ਰਾਜ ਸਥਾਪਿਤ ਕੀਤਾ, ਇੱਕ ਬੰਦੇ ਨੂੰ ਵੀ ਜ਼ਬਰਦਸਤੀ ਸਿੱਖ ਨਹੀਂ ਬਣਾਇਆ ਗਿਆ, ਇੱਕ ਨੂੰ ਵੀ ਜ਼ਬਰਦਸਤੀ ਸਿੱਖ ਨਹੀਂ ਬਣਾਇਆ। ਇਹ ਕੋਈ ਸਿੱਖ ਧਰਮ ਨੂੰ ਫੈਲਾਉਣ ਦੀ ਲੜਾਈ ਥੋੜ੍ਹਾ ਸੀਗੀ, ਇਹ ਤਾਂ ਲੋਕਾਂ ਦੇ ਹਿਊਮਨ ਰਾਈਟਸ ਦੀ ਲੜਾਈ ਸੀਗੀ। ਇਹ ਲੋਕਾਂ ਦੇ ਮਾਨਸਿਕੀ ਜ਼ਾਤ ਨੂੰ ਇਕੱਠਾ ਕਰਨ ਦੀ ਲੜਾਈ ਸੀ, ਮਾਨਸਿਕੀ ਜ਼ਾਤ ਨੂੰ ਤੋੜਨ ਦੀ ਲੜਾਈ ਨਹੀਂ ਹੈ ਜਾ ਕੇ। ਇੱਦਾਂ ਨਹੀਂ ਸੀ ਵੀ ਹਿੰਦੂ ਇੱਧਰ ਹੋ ਗਏ, ਸਿੱਖ ਮੁਸਲਮਾਨ ਇੱਧਰ ਹੋ ਗਏ ਸੀ, ਇੱਦਾਂ ਨਹੀਂ ਸੀ। ਇਹ ਮਾਨਸਿਕੀ ਜ਼ਾਤ ਨੂੰ ਇਹ ਅਹਿਸਾਸ ਕਰਾਉਣ ਦੀ ਲੜਾਈ ਸੀ ਵੀ ਤੁਸੀਂ ਇੱਕ ਆ। ਉਹ ਗਰਭ ਸੇ ਕਹੋ ਹਮ ਮਾਨਸਿਕਾ ਜ਼ਾਤ ਦੇ ਹੈਗੇ, ਇਹ ਨਹੀਂ ਹੈ ਵੀ ਗਰਭ ਸੇ ਕਹੋ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਜਾਂ ਸਿੱਖ ਹਾਂ। ਸੋ ਇਸ ਲੜਾਈ ਦਾ ਔਰ ਗੁਰੂ ਸਾਹਿਬ ਦੇ ਖਾਲਸੇ ਦੀ ਸਥਾਪਨਾ ਦਾ ਜਾਂ ਸਿਰਜਣਾ ਦਾ ਜਿਹੜਾ ਘੇਰਾ ਸੀ ਉਹਨੂੰ ਛੋਟਾ ਨਾ ਕਰੋ।
ਅਸੀਂ ਇਹ ਕਰਕੇ ਗੁਰੂ ਸਾਹਿਬ ਨੂੰ ਛਟਿਆਉਂਦੇ ਆ, ਉਹਨਾਂ ਦਾ ਜੋ ਸਹੀ ਸੀ ਉਹ ਪੇਸ਼ ਨਹੀਂ ਅਸੀਂ ਕਰਦੇ। ਸੋ ਮੈਂ ਇਹ ਚਾਹੁੰਦਾ ਵੀ ਗੁਰੂ ਸਾਹਿਬ ਨੂੰ ਉਸੇ ਕੰਟੈਕਸਟ ਵਿੱਚ ਜਿੱਡੇ ਉਹ ਮਹਾਨ ਵਿਅਕਤੀ ਸੀਗੇ ਉਸੇ ਨਿਗਾਹ 'ਚ ਦੇਖਿਆ ਜਾਵੇ। ਇਹ ਨਾ ਦੇਖਿਆ ਜਾਵੇ ਵੀ ਨਹੀਂ ਜੀ ਉਹ ਤਾਂ ਇੱਕ ਦੁਨੀਆ ਦੇ ਵਿੱਚ ਇੱਕ ਮੁਲਕ ਹਿੰਦੁਸਤਾਨ ਦੇ ਵਿੱਚ ਇੱਕ ਸੂਬਾ ਹੈਗਾ ਪੰਜਾਬ ਦੇ ਵਿੱਚ ਇੱਕ ਕਮਿਊਨਿਟੀ ਹੈਗੀ ਹੈ ਸਿੱਖ, ਉਹ ਸਿੱਖਾਂ ਦੇ ਲੀਡਰ ਸੀ। ਇੱਦਾਂ ਨਹੀਂ ਹੈ ਜਾ ਕੇ ਉਹ ਸਾਰੀ ਮਾਨਸਿਕ ਜ਼ਾਤ ਦੇ ਨੂੰ ਰਿਪਰੈਜ਼ੈਂਟ ਕਰਦੇ ਸੀਗੇ। ਔਰ ਜਿਹੜਾ ਵੀ ਉਹਨਾਂ ਨੂੰ ਮੰਨਦਾ ਉੱਥੇ ਸੀ ਇਹ ਦੇਖੋ ਖਾਲਸੇ ਦੀ ਕ੍ਰੀਏਸ਼ਨ ਦੇ ਵਿੱਚ ਇੱਕ ਮੈਂ ਹੋਰ ਤੁਹਾਨੂੰ ਦੱਸਦਾ, ਜਿਹੜਾ ਡੈਮੋਕ੍ਰੈਟਿਕ ਸਿਸਟਮ ਨਹੀਂ ਲਿਆਂਦਾ ਨਾ ਉਹਦੇ ਵਿੱਚ ਵੀ ਇੱਦਾਂ ਨਹੀਂ ਹੈ ਜਾ ਕੇ ਬਈ ਫਲਾਨੇ ਨੂੰ ਵੀ ਵੋਟ ਦੇ ਅਧਿਕਾਰ ਆ, ਫਲਾਨੇ ਨੂੰ ਕੋਈ ਵੀ ਆ ਸਕਦਾ ਉਹਦੇ ਵਿੱਚ। ਉਹਨਾਂ ਦਿਨਾਂ ਵਿੱਚ ਡੈਮੋਕ੍ਰੇਸੀ ਸੀਗੀ, ਕਈਆਂ ਮੁਲਕਾਂ ਯੂਰਪ ਵਿੱਚ ਸੀ, ਪਰ ਇੰਨੀ ਜ਼ਮੀਨ ਹੋਵੇ ਤਾਂ ਉਹ ਹਿੱਸਾ ਲੈ ਸਕਦਾ, ਇੰਨਾ ਅਹੁਦਾ ਹੋਵੇ ਤਾਂ ਲੈ ਸਕਦਾ। ਇਹਦੇ ਵਿੱਚ ਕੋਈ ਵੀ ਖਾਲਸੇ ਜਾ ਸਕਦਾ ਆ ਜਾਵੇ, ਜਿਹੜਾ ਮਰਜ਼ੀ ਆ ਜਾਵੇ, ਚਾਹੇ ਉਹਦੇ ਕੋਲ ਜ਼ਮੀਨ ਹੈਗੀ ਚਾਹੇ ਨਹੀਂ ਹੈਗੀ ਹੈ, ਚਾਹੇ ਉਹਦੇ ਕੋਲ ਘੋੜਾ ਹੈਗਾ ਚਾਹੇ ਨਹੀਂ ਹੈਗਾ, ਆ ਜਾਵੇ ਅਸੀਂ ਦੇ ਦਿਆਂਗੇ ਜਾ ਕੇ। ਹਰ ਬੰਦੇ ਦੇ ਲਈ ਹੈਗਾ। ਜਿਹੜਾ ਵੀ ਬੰਦਾ ਕਿਸੇ ਵੀ ਧਰਮ ਦਾ ਕਿਸੇ ਵੀ ਜ਼ਾਤ ਦਾ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਤਿਆਰ ਆ, ਜੀ ਆਇਆਂ ਨੂੰ। ਸੋ ਇਸ ਕਨਸੈਪਟ ਦੇ ਵਿੱਚ ਉਹਨੂੰ ਸਮਝਣਾ ਚਾਹੀਦਾ। ਫਿਰ ਸਭ ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ।